ਰੋਜ਼ਾਨਾ ਲੋਕ ਨਾਥ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ, ਭਾਰਤ ਦੀ ਸਿਆਸਤ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਜਾਂਚ ਰਿਪੋਰਟ ਖਾਰਜ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਨਵੀਂ SIT ਬਣਾਉਣ ਦੀ ਜਿਹੜੀ ਗੱਲਬਾਤ ਕਹੀ ਜਾ ਰਹੀ ਸੀ ਉਹ ਹਾਲੇ ਤੱਕ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ। ਦੱਸਿਆ ਜਾ ਰਿਹਾ ਹੈ, ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਸ SIT ਦਾ ਹਿੱਸਾ ਬਣਨ ਦੇ ਲਈ ਜਿਹੜੇ ਪੁਲਿਸ ਮੁਲਾਜ਼ਮ ਨੇ, ਪੁਲਿਸ ਅਫਸਰ ਨੇ, ਉਹ ਕੰਨੀ ਕਤਰਾ ਰਹੇ ਨੇ। ਕੋਈ ਵੀ ਪੁਲਿਸ ਅਫਸਰ ਜਿਹੜਾ ਇਸ SIT ਦਾ ਹਿੱਸਾ ਨਹੀਂ ਬਣਨਾ ਚਾਹ ਰਿਹਾ। ਕਿਉਂ ਨਹੀਂ ਇਸ SIT ਦਾ ਹਿੱਸਾ ਬਣਨਾ ਚਾਹੁੰਦਾ ਕੋਈ ਵੱਡਾ ਪੁਲਿਸ ਅਫਸਰ? ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਹੁਣ ਵੱਡੀ ਕਾਰਵਾਈ ਹੋ ਸਕਦੀ ਹੈ। ਕੀ ਵੱਡੀ ਕਾਰਵਾਈ ਹੋ ਸਕਦੀ ਹੈ? ਹਾਈ ਕਮਾਨ ਕਿਉਂ ਵੱਡੀ ਕਾਰਵਾਈ ਕਰ ਸਕਦੀ ਹੈ ਨਵਜੋਤ ਸਿੰਘ ਸਿੱਧੂ ਤੇ? ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਕਿਸ ਤਰੀਕੇ ਦੇ ਨਾਲ ਇੱਥੋਂ ਇੱਕ ਸ਼ਿਕਾਇਤ ਜਾਂ ਰਿਪੋਰਟ ਕਾਰਡ ਬਣ ਕੇ ਜਾਵੇਗਾ, ਕੌਣ ਬਣਾ ਕੇ ਭੇਜੇਗਾ ਤੇ ਕਿਸ ਦੇ ਥਰੂ ਉੱਥੇ ਪਹੁੰਚੇਗਾ ਤੇ ਕੀ ਗੱਲਬਾਤ ਅੱਗੇ ਕਾਂਗਰਸ ਹਾਈ ਕਮਾਨ ਕਰੇਗੀ? ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜੋ ਉੱਗੇ ਪੱਤਰਕਾਰ ਵੀ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਧੰਨਵਾਦ ਜੀ। ਅਣਖੀ ਸਾਹਿਬ, ਅੱਜ ਤੁਹਾਡੀ ਚੁਆਇਸ ਦੇ ਨਾਲ ਚੱਲਦੇ ਹਾਂ। ਆਪਾਂ ਪਹਿਲਾਂ ਕਿਹੜੀ ਖਬਰ ਲਈਏ? ਆਪਾਂ SIT ਵਾਲੀ ਲਈਏ ਜਾਂ ਨਵਜੋਤ ਸਿੰਘ ਸਿੱਧੂ ਵਾਲੀ ਲਈਏ? ਕਿਉਂਕਿ ਸਾਡੇ ਦਰਸ਼ਕ ਬਹੁਤ ਸਾਰੇ ਕਮੈਂਟ ਕਰਦੇ ਨੇ ਕਿ ਭਾਈ ਤੁਸੀਂ ਖਬਰ ਹੀ ਨਵਜੋਤ ਸਿੰਘ ਸਿੱਧੂ ਦੀ ਦਿੰਦੇ ਰਹਿੰਦੇ ਹੋ। ਮੇਰਾ ਤਾਂ ਇਰਾਦਾ ਵੀ ਆਪਾਂ ਸ਼ੁਰੂਆਤ ਅੱਜ SIT ਦੀ ਖਬਰ ਤੋਂ ਕਰ ਲਈਏ। ਨਵਜੋਤ ਸਿੰਘ ਸਿੱਧੂ ਦੀ ਜਿਹੜੀ ਵੱਡੀ ਤੇ ਅਹਿਮ ਖਬਰ ਹੈ, ਪਰ ਉਹ ਬਾਅਦ ਚ ਆਪਾਂ ਕਰ ਲਾਂਗੇ। ਆਪਾਂ ਦਰਸ਼ਕਾਂ ਦੀ ਵੀ ਸੁਣਨੀ ਚਾਹੀਦੀ ਹੈ ਥੋੜੀ ਜਿਹੀ। ਬਿਲਕੁਲ ਸਿੱਧੂ ਸਾਹਿਬ, ਤੁਸੀਂ ਗੱਲ ਕਹਿ ਕੇ ਚਲੋ ਇੱਕ ਪ੍ਰੋਗਰਾਮ ਨੂੰ ਇੱਕ ਨਵੀਂ ਰੂਪਰੇਖਾ ਦੇਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਆਪਾਂ ਦਰਸ਼ਕਾਂ ਦੀ ਮੰਗ ਦੇ ਅਨੁਸਾਰ ਚੱਲਦੇ ਹਾਂ। ਹਾਲਾਂਕਿ ਅੱਜ ਦੇ ਸਮੇਂ 'ਚ ਦੋ ਚੀਜ਼ਾਂ ਹੀ ਪੰਜਾਬ ਦੀ ਰਾਜਨੀਤੀ ਦੇ ਭਾਰੂ ਨੇ। ਜਾਂ ਵਿਜੇ ਪ੍ਰਤਾਪ ਉਹਦੇ ਵੱਲੋਂ ਪੇਸ਼ ਕੀਤੀ ਗਈ ਜਿਹੜੀ ਰਿਪੋਰਟ ਸੀ ਤੇ ਜਾਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕੀਤੀ ਰਿਪੋਰਟ ਤੋਂ ਬਾਅਦ ਪੰਜਾਬ ਦੇ ਹਾਲਾਤ, ਤੇ ਦੂਸਰੀ ਪੰਜਾਬ ਦੇ ਪੱਧਰ ਉੱਤੇ ਰਾਜਨੀਤੀ ਵਿੱਚ ਕੈਪਟਨ ਵਰਸਸ ਨਵਜੋਤ ਸਿੱਧੂ। ਇਹ ਦੋ ਹੀ ਜਿਹੜੇ ਚਰਚਾ ਦਾ ਵਿਸ਼ਾ। ਅਣਖੀ ਸਾਹਿਬ, ਇੱਕ ਮਿੰਟ ਮੈਂ ਤੁਹਾਨੂੰ ਰੋਕਣਾ ਚਾਹਾਂਗਾ। ਬੜਾ ਜ਼ਰੂਰੀ ਮੈਸੇਜ ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਦੇਣਾ ਚਾਹੂੰਗਾ, ਕਿਉਂਕਿ ਮੈਂ ਹੁਣੇ ਥੋੜੀ ਦੇਰ ਪਹਿਲਾਂ ਹੀ ਹਸਪੀਟਲ ਦੇ ਵਿੱਚ ਜਾ ਕੇ ਆਇਆ। ਮੇਰਾ ਟ੍ਰੀਟਮੈਂਟ ਸੀ ਉੱਥੇ ਥੋੜਾ ਜਿਹਾ ਚੱਲਿਆ ਤੇ ਮੈਂ ਉੱਥੇ ਜਾ ਕੇ ਆਇਆ ਤੇ ਉੱਥੇ ਮੈਂ ਤਸਵੀਰ ਦੇਖ ਕੇ ਆਇਆ 2-3 ਹਸਪਤਾਲਾਂ ਦੀ। ਤਾਂ ਉੱਥੇ ਬੜਾ ਚੀਕ ਚਿਹਾੜਾ ਸੀ, ਬੰਦੇ ਮਰ ਰਹੇ ਆ ਕਰੋਨਾ ਦੇ ਨਾਲ। ਤਾਂ ਉਹਦੇ ਪਰਿਵਾਰਕ ਮੈਂਬਰ ਜਿਹੜੇ ਵਿਰਲਾਪ ਕਰ ਰਹੇ ਸੀ, ਵਿਲਕ ਰਹੇ ਸੀ ਉੱਥੇ ਬਹੁਤ ਸਾਰੇ ਪਰਿਵਾਰਕ ਮੈਂਬਰ। ਤਾਂ ਉਹ ਤਸਵੀਰ ਦੇਖੀ ਨਹੀਂ ਸੀ ਜਾ ਰਹੀ। ਇਸ ਕਰਕੇ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜੀ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਬੈਠੇ ਰਹਿਣ। ਜਿਹੜੀਆਂ ਵੀ ਸਰਕਾਰ ਦੇ ਵੱਲੋਂ ਕਰੋਨਾ ਸੰਬੰਧੀ ਗਾਈਡਲਾਈਨ ਦਿੱਤੀਆਂ ਗਈਆਂ ਨੇ ਉਹਨਾਂ ਦੀ ਪਾਲਣਾ ਕਰਨ। ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਜਿਹੜਾ ਇਸ ਭਿਆਨਕ ਮਹਾਮਾਰੀ ਤੋਂ ਜਿਹੜਾ ਬਚਾ ਕੇ ਰੱਖਣ। ਕਿਉਂਕਿ ਤਸਵੀਰ ਅੱਜ ਮੈਂ ਜਿਹੜੀ ਦੇਖ ਕੇ ਆਇਆ ਬਹੁਤ ਭਿਆਨਕ ਸੀ। ਇਸ ਲਈ ਮੈਂ ਸਮਝਿਆ ਕਿ ਇਹ ਮੈਸੇਜ ਵੀ ਸਾਡੇ ਦਰਸ਼ਕਾਂ ਨੂੰ ਦੇਣਾ ਜ਼ਰੂਰੀ ਹੈ। ਜੀ ਅਣਖੀ ਸਾਹਿਬ। ਬਿਲਕੁਲ, ਜਿਹੜਾ ਤੁਸੀਂ ਮੈਸੇਜ ਦਿੱਤਾ ਆ, ਇਹ ਮੈਸੇਜ ਤੇ ਅਸੀਂ ਕਈ ਵਾਰੀ ਜਾਣ ਬੁੱਝ ਕੇ ਗੱਲ ਨਹੀਂ ਕਰਦੇ, ਕਿਉਂਕਿ ਸੋਸ਼ਲ ਮੀਡੀਆ ਤੇ ਜਾਂ ਹੋਰ ਜਿਹੜੇ ਚੈਨਲ ਨੇ, ਨਿੱਜੀ ਚੈਨਲ, ਉੱਥੇ ਕਰੋਨਾ ਨੂੰ ਬੜਾ ਪੇਸ਼ ਕੀਤਾ ਜਾਂਦਾ, ਤਾਂ ਜਿਹਦੇ ਨਾਲ ਦਰਸ਼ਕਾਂ ਦਾ ਜਾਂ ਲੋਕਾਂ ਦਾ ਇੱਕ ਮਨੋਬਲ ਵੀ ਜਿਹੜਾ ਡਿੱਗਦਾ ਹੈਗਾ। ਬੇਸ਼ੱਕ ਸੁਪਰੀਮ ਕੋਰਟ ਨੇ ਜਾਂ ਪਿੱਛੇ ਹਾਈ ਕੋਰਟ ਨੇ ਗੱਲ ਕਹੀ ਸੀ ਕਿ ਅਸੀਂ ਇਹਦੀਆਂ ਖਬਰਾਂ ਦੇ ਉੱਤੇ ਕੋਈ ਪਾਬੰਦੀ ਨਹੀਂ ਲਗਾ ਸਕਦੇ, ਕਿਉਂਕਿ ਮੌਤਾਂ ਦੀ ਗਿਣਤੀ ਦਾ ਵੇਰਵਾ ਜਿਹੜਾ ਉਹ ਦੇਣਾ ਪਏਗਾ। ਪਰ ਇਹਦੇ ਬਾਵਜੂਦ ਵੀ ਇੱਕ ਜ਼ਿੰਮੇਵਾਰ ਮੀਡੀਆ ਚੈਨਲ ਹੋਣ ਦੇ ਕਰਕੇ ਅਸੀਂ ਥੋੜ੍ਹੀ ਬਹੁਤੀ ਤਾਂ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦਿੰਦੇ ਹਾਂ, ਪਰ ਕਰੋਨਾ ਦੇ ਸੰਬੰਧੀ ਗੱਲਬਾਤ ਵੀ ਕਰਦੇ ਹਾਂ। ਪਰ ਉਹਦੇ ਨਾਲ ਇਹਨਾਂ ਦੇ ਇੱਕ ਬਚਾਅ ਕਰਨ ਦੀ ਕੋਸ਼ਿਸ਼ ਕਰੀਦੀ ਕਿ ਲੋਕਾਂ ਨੂੰ ਇੱਕ ਸਹਿਮ ਜਿਹੜਾ ਪੈਨਿਕ ਦੀ ਅਵਸਥਾ ਜਿਹੜੀ ਆ ਉਹ ਨਾ ਪੈਦਾ ਕੀਤੀ ਜਾਵੇ। ਤਾਂ ਸਾਨੂੰ ਸਾਰਿਆਂ ਨੂੰ ਜੋ ਸਰਕਾਰ ਵੱਲੋਂ ਹਦਾਇਤਾਂ ਕਰੋਨਾ ਨਾਲ ਲੜਨ ਦੀਆਂ ਦਿੱਤੀਆਂ ਗਈਆਂ ਨਿੱਜੀ ਪੱਧਰ ਤੇ, ਅਸੀਂ ਉਹਨਾਂ ਦੀ ਪਾਲਣਾ ਕਰੀਏ ਤਾਂ ਜੋ ਇਹ ਜਿਹੜੀ ਚੇਨ ਹੈ ਉਹ ਟੁੱਟ ਸਕੇ ਔਰ ਲਾਕਡਾਊਨ ਜਿਹੜਾ ਸਰਕਾਰ ਵੱਲੋਂ ਲਾਇਆ ਗਿਆ ਇਹ ਕਾਮਯਾਬ ਹੋਵੇ ਤਾਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਦੁਬਾਰਾ ਇੱਕ ਖੁਸ਼ਹਾਲ ਜੀਵਨ ਜਿਹੜਾ ਬਤੀਤ ਕਰ ਸਕਣ। ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਇਸ਼ੂ ਨੂੰ ਤੁਸੀਂ ਜਿਹੜਾ ਛੇੜਿਆ ਹੈ। ਤਾਂ ਗੱਲ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਦੋ ਹੀ ਸਾਡੇ ਕੋਲ ਇਸ਼ੂ ਜਿਹੜੇ ਅੱਜ ਕੱਲ੍ਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਨ। ਇਹ ਕਰੋਨਾ ਮਹਾਮਾਰੀ ਕਰਕੇ ਕਈ ਵਾਰੀ ਇਸ ਤਰ੍ਹਾਂ ਲੱਗਦਾ ਕਿ ਇਹ ਇਸ਼ੂ ਲੋਕਾਂ ਦੇ ਜ਼ਿਹਨ ਚੋਂ ਬਾਹਰ ਚਲੇ ਗਏ ਨੇ, ਪਰ ਆਪਾਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਾਂ। ਬੇਸ਼ੱਕ ਕਰੋਨਾ ਮਹਾਮਾਰੀ ਨੇ ਇਸ ਵੇਲੇ ਬੜਾ ਭਿਆਨਕ ਰੂਪ ਅਖਤਿਆਰ ਪੰਜਾਬ 'ਚ ਕੀਤਾ ਆ, ਪਰ ਇਹਦੇ ਨਾਲ ਹੀ ਨਾਲ ਪੰਜਾਬ ਨੇ ਦੇਸ਼ ਦੇ ਵਿੱਚ ਕੀਤਾ ਆ, ਪਰ ਇਹਦੇ ਨਾਲ ਹੀ ਨਾਲ ਪੰਜਾਬ ਦੀ ਰਾਜਨੀਤੀ ਦੇ ਦੋ ਮੁੱਦੇ ਜਿਹੜੇ ਨੇ ਇਹ ਬੜੇ ਭਾਰੇ ਨੇ। ਤੇ ਸਭ ਤੋਂ ਪਹਿਲਾਂ ਸਿੱਧੂ ਸਾਹਿਬ, ਮੈਂ ਜਿਹੜੀ ਚਾਹੁੰਦਾ ਕਿ ਗੱਲ ਉਹ ਕੀਤੀ ਜਾਵੇ, ਕੋਟਕਪੂਰਾ ਜਿਹੜਾ ਗੋਲੀਕਾਂਡ ਸੀ ਜਾਂ SIT ਦੀ ਰਿਪੋਰਟ ਰੱਦ ਹੋਣ ਤੋਂ ਬਾਅਦ ਨਵੀਂ SIT ਜਿਹੜੀ
ਬਣਾਉਣ ਦੀ ਗੱਲ ਜਿਹੜੀ ਚੱਲ ਰਹੀ ਹੈ। ਦੇਖੋ, ਇਹ ਜਿਹੜੀ ਨਵੀਂ SIT ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਨੂੰ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਉਹਨੇ ਇਹ ਗੱਲ ਕਹੀ ਕਿ ਆਪਾਂ ਨਵੀਂ SIT ਬਣਾਉਣੀ ਔਰ SIT ਜਿਹੜੀ ਆ ਉਹ ਕੰਮ ਕਰੇਗੀ। ਪਰ ਇੰਟਰਸਟਿੰਗ ਗੱਲ ਆ ਕਿ ਉਹ ਜੋ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਆ ਉਹ ਇਹਦੇ ਵਿੱਚ ਇਹ ਆ ਕਿ ਕੋਈ ਵੀ ਜਿਹੜਾ ਪੁਲਿਸ ਦਾ ਉੱਚ ਅਧਿਕਾਰੀ ਆ ਜਾਂ ਉੱਚ ਕਰਮਚਾਰੀ ਆ ਇਸ ਜਿਹੜੀ SIT ਨਵੀਂ ਬਣਨ ਵਾਲੀ ਆ ਉਹਦਾ ਹਿੱਸਾ ਬਣਨ ਨੂੰ ਤਿਆਰ ਨਹੀਂ ਆ। ਹੁਣ ਇਹਦੇ ਪਿੱਛੇ ਕੀ ਕਾਰਨ ਨੇ, ਉਹਨਾਂ ਕਾਰਨਾਂ ਦਾ ਜਿਹੜਾ ਵਿਸ਼ਲੇਸ਼ਣ ਕਰਨਾ ਉਹ ਸਾਡਾ ਜ਼ਰੂਰੀ ਬਣਦਾ ਕਿ ਕਿਉਂ ਨਹੀਂ। ਦੇਖੋ, ਉਹਦਾ ਜੋ ਸਭ ਤੋਂ ਮੁੱਢਲਾ ਕਾਰਨ ਜਿਹੜਾ ਅਸੀਂ ਮੰਨ ਸਕਦੇ ਜਾਂ ਮਹੱਤਵਪੂਰਨ ਕਾਰਨ ਇਹ ਆ, ਉਹ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਜਿਹੜੀ ਪਿਛਲੀ SIT ਬਣੀ ਉਹਦੇ 5 ਮੈਂਬਰ ਬਣੇ, ਜਿਹਨਾਂ 'ਚ ਪ੍ਰਮੋਦ ਕੁਮਾਰ ਜੀ ਹੀ, ਆਪਣੇ ਕਵਲ ਵਿਜੇ ਪ੍ਰਤਾਪ ਸੀ। ਔਰ ਉਸ SIT ਰਿਪੋਰਟ ਦੀ ਜਾਂਚ ਸ਼ੁਰੂ ਹੋਣ ਤੋਂ ਲੈ ਕੇ ਹਾਈ ਕੋਰਟ ਵਿੱਚ ਪਹੁੰਚਣ ਤੱਕ, ਫਿਰ ਹਾਈ ਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਜੋ ਹਸ਼ਰ ਕਵਲ ਵਿਜੇ ਪ੍ਰਤਾਪ ਦਾ ਹੋਇਆ ਜਾਂ ਜੋ ਕੀਤਾ ਗਿਆ, ਅਸੀਂ ਕਹਾਂਗੇ ਹਸ਼ਰ ਹੋਇਆ ਨਹੀਂ, ਜੋ ਕੀਤਾ ਗਿਆ, ਉਸ ਹਸ਼ਰ ਤੋਂ ਜਿਹੜੇ ਨੇ ਸਾਰੇ ਪੁਲਿਸ ਕਰਮਚਾਰੀ ਜਾਂ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਡਰਦੇ ਨੇ। ਔਰ ਸਭ ਤੋਂ ਵੱਡੀ ਜਿਹੜੀ ਗੱਲ ਆ, ਹੁਣ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਇੱਕ ਜਿਹੜੀ ਸਟੇਟਮੈਂਟ ਆ ਕਿ ਜਿਹੜੇ ਉਹਨਾਂ ਨੇ ਕਿਹਾ ਕਿ ਨਵੀਂ SIT ਅਸੀਂ ਬਣਾਵਾਂਗੇ ਤੇ ਉਹਦੀ ਰਿਪੋਰਟ ਤੇ ਉਹਦੇ ਚਲਾਨ ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਹੋਵੇਗਾ। ਹੁਣ ਦੇਖੋ ਕਿ ਤੁਸੀਂ ਅਜੇ SIT ਨਵੀਂ ਗਠਿਤ ਨਹੀਂ ਕੀਤੀ ਤੇ ਸਟਾਰਟਿੰਗ ਤੇ ਤੁਸੀਂ ਇਹ ਗੱਲ ਕਹਿ ਰਹੇ ਜੀ ਕਿ ਅਸੀਂ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਤੇ ਚਲਾਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਪੇਸ਼ ਹੋਵੇਗਾ। ਹੁਣ ਦੂਜੇ ਪਾਸੇ ਸਿੱਧੂ ਸਾਹਿਬ, ਇੰਟਰਸਟਿੰਗ ਗੱਲ ਇਹ ਆ ਕਿ ਇਲੈਕਸ਼ਨ ਦੇ ਵਿੱਚ 6 ਮਹੀਨੇ ਰਹਿ ਗਏ ਆ। ਹੁਣ ਕਿਹੜਾ ਪੁਲਿਸ ਅਫਸਰ ਦੂਜੇ ਉਸ ਗਰੁੱਪ ਦੇ ਨਾਲ, ਉਸ ਪਾਰਟੀ ਦੇ ਨਾਲ ਇੱਕ ਵੈਰ ਵਿਰੋਧ ਦੀ ਭਾਵਨਾ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਦੇ ਉੱਤੇ ਚੱਲੇਗਾ? ਕਿਉਂਕਿ ਪਤਾ ਨਹੀਂ ਜਿਹੜੀਆਂ 2022 ਦੀਆਂ ਚੋਣਾਂ ਹੋਣੀਆਂ ਨੇ, ਪਤਾ ਨਹੀਂ ਕਿਹੜੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੱਗੇ ਆਉਣਾ, ਆਮ ਆਦਮੀ ਪਾਰਟੀ ਆਉਣੀ ਜਾਂ ਕਿਹੜੀ ਪਾਰਟੀ ਆਉਣੀ ਹੈ, ਤਾਂ ਉਹਦੇ ਵਿੱਚ ਉਸ ਸਾਰੇ ਜਿਹੜਾ ਸੀਨ ਹੈਗਾ ਉਹਦੇ ਵਿੱਚ ਕਿਹੜਾ ਪੁਲਿਸ ਅਧਿਕਾਰੀ ਜਿਹੜਾ ਜਾਂ ਪੁਲਿਸ ਅਫਸਰ ਜਾਣ ਬੁੱਝ ਕੇ ਬਲਦੀ ਦੇ ਮੂੰਹ ਅੱਗੇ ਜਾਏਗਾ ਕਿ ਹਾਂ ਵੀ ਮੈਂ ਤੁਹਾਡੇ ਕਰਕੇ ਕਰਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਟਾਰਟ ਤੇ ਕਹਿ ਦਿੱਤਾ ਤੇ ਸੈਕੰਡਲੀ ਜੇ ਕਹਿ ਦਿੱਤਾ ਤਾਂ ਉਸ ਤੋਂ ਮਗਰੋਂ ਇਹ ਜ਼ਰੂਰੀ ਥੋੜਾ ਕਿ ਕੱਲ ਨੂੰ ਸਰਕਾਰ ਬਣਦੀ ਹੈ ਜਾਂ ਨਹੀਂ ਬਣਦੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੇ ਬਣਦੀ ਹੈ ਤਾਂ ਉਸ ਪੁਲਿਸ ਅਫਸਰ ਦੀ ਪਿੱਠ ਤੇ ਹੋਵੇਗੀ। ਸੋ ਇਹੋ ਜਿਹੇ ਜਿਹੜੇ ਪ੍ਰਸ਼ਨ ਨੇ, ਇਹ ਪ੍ਰਸ਼ਨ ਇਸ ਸਥਿਤੀ ਨੂੰ ਪੈਦਾ ਕਰਦੇ ਆ ਕਿ ਕੋਈ ਵੀ ਪੁਲਿਸ ਅਧਿਕਾਰੀ ਇਸ SIT ਟੀਮ ਦਾ ਬਣਨ ਦਾ ਹਿੱਸਾ ਬਣਨ ਵਾਸਤੇ ਤਿਆਰ ਨਹੀਂ ਹੈ। ਇਹਦਾ ਥੋੜਾ ਜਿਹਾ ਵੇਰਵਾ ਆਪਾਂ ਪਿੱਛੇ ਗੱਲ ਕਰਦੇ ਹਾਂ। ਜਦੋਂ ਤੁਹਾਨੂੰ ਯਾਦ ਹੋਵੇ ਕਿ 2002 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤਾਂ ਉਸ ਵੇਲੇ ਇੱਕ ਨਾਮ ਜਿਹੜਾ ਨਾ ਬੜਾ ਚਰਚਿਤ ਹੁੰਦਾ ਸੀ, SSP ਰੋਪੜ ਦਾ SSP ਸੁਰਿੰਦਰਪਾਲ ਸਿੰਘ, SP ਸਿੰਘ ਜਿਹਨੂੰ ਕਹਿੰਦੇ ਸੀ, ਔਰ ਇੱਕ ADGP ਸਦਾਫ ਚਟੋਪਾਧਿਆਏ, ਇਸ ਤਰ੍ਹਾਂ ਦਾ ਨਾਮ ਸੀ ਉਸ ਬੰਦੇ ਦਾ। ਚਟੋਪਾਧਿਆਏ ਜਿਹੜਾ ਸੀ, ਤੇ ਇਹ ਦੋ ਬੰਦੇ ਜਿਹੜੇ ਸੀ, ਖਾਸ ਤੌਰ ਤੇ SSP ਸੁਰਿੰਦਰਪਾਲ ਸਿੰਘ ਜਿਹੜਾ, ਇਹ ਖਾਸ ਤੌਰ ਤੇ ਕੈਪਟਨ ਅਮਰਿੰਦਰ ਦਾ ਇੱਕ ਖਾਸ ਸਿਪਾਹ ਸਲਾਰ ਸੀ। ਤੇ ਜਦੋਂ ਇਹ ਸਿਪਾਹ ਸਲਾਰ ਨੇ ਬਾਦਲਾਂ ਦੇ ਵਿਰੁੱਧ ਪੂਰੀ ਜਾ ਕੇ ਇਨਕੁਆਇਰੀ ਕੀਤੀ, ਸਭ ਕੁਝ ਕੀਤਾ, ਪਰਚਾ ਵੀ ਦਾਇਰ ਕੀਤਾ, ਬਾਦਲ ਅੰਦਰ ਵੀ ਕੀਤੇ ਗਏ। ਤੇ ਤੁਹਾਨੂੰ ਯਾਦ ਹੋਣਾ ਕਿ ਜਦੋਂ 2007 'ਚ ਦੁਬਾਰਾ ਬਾਦਲ ਸਰਕਾਰ ਬਣੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ, ਤਾਂ ਸਭ ਤੋਂ ਪਹਿਲਾਂ ਜਿਹੜਾ ਵਫਾਦਾਰੀ ਬਦਲਣ ਵਾਲਾ ਬੰਦਾ ਸੀ ਉਹ SSP ਸੁਰਿੰਦਰਪਾਲ ਸਿੰਘ ਸੀ। ਉਹ ਜਾ ਕੇ ਝੱਟ ਬਾਦਲਾਂ ਦੇ ਖੇਮੇ 'ਚ ਬਹਿ ਗਿਆ ਤੇ ਉਹਨੇ ਫਿਰ ਜਿਹੜੀ ਜਾਂਚ ਜਿਹੜੀ ਕੈਪਟਨ ਦੇ ਖਿਲਾਫ ਹੀ ਜਿਹੜੀ ਉਹ ਕੀਤੀ। ਸੋ ਇਹੋ ਜਿਹੀਆਂ ਜਾਂ ਤਾਂ ਕੋਈ ਪੁਲਿਸ ਅਫਸਰ ਇਹੋ ਜਿਹਾ ਹੋਵੇ ਕਿ ਜਿਹੜਾ ਸਮੇਂ ਦੀ ਵਕਤ ਦੇ ਨਜ਼ਾਕਤ ਅਨੁਸਾਰ ਬਦਲੇ, ਪਰ ਉਸ ਵਕਤ ਆਪਾਂ ਨਾਂ ਨਹੀਂ ਲੈਣੇ ਕਿ ਕਿਉਂਕਿ ਨਾਂ ਲੈਣ ਦੇ ਨਾਲ ਸਾਡੀ ਜਿਹੜੀ ਚਰਚਾ ਦਾ ਵਿਸ਼ਾ ਕੁਝ ਹੋਰ ਤਰ੍ਹਾਂ ਹੋ ਜਾਂਦਾ। ਫਿਰ ਉਹਨਾਂ ਦਿਨਾਂ 'ਚ ਕੈਪਟਨ ਦਾ ਇੱਕ ਬੜਾ ਸਿਆਸੀ ਸਲਾਹਕਾਰ ਹੁੰਦਾ ਸੀ ਜਿਹੜਾ ਬਹੁਤ ਚਰਚਿਤ ਰਿਹਾ, ਤੇ ਫਿਰ ਉਹਦੇ ਉੱਤੇ ਪਟਿਆਲਾ ਜੇਲ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਿਹੋ ਜਿਹੇ ਜੁਰਮ ਕਰਾਏ ਉਹਦੀ ਸੰਬੰਧੀ ਤੇ ਚਰਚਾ ਕਰਨੀ ਬੜੀ ਉਹਨਾਂ ਦਿਨਾਂ 'ਚ ਅਖਬਾਰਾਂ 'ਤੇ ਚੱਲਦਾ ਰਿਹਾ, ਤੇ ਉਹ ਇੱਕ ਵਾਰੀ ਅਥਰੂਆਂ ਨਾਲ ਵੀ ਰੋਇਆ। ਸੋ ਇਹੋ ਜਿਹੇ ਸੰਦਰਭਾਂ ਦੇ ਵਿੱਚ ਕਿਹੜਾ ਪੁਲਿਸ ਅਫਸਰ ਜਿਹੜੀ ਆ ਉਹ ਇਸ ਨਵੀਂ SIT ਦੀ ਟੀਮ ਦਾ ਹਿੱਸਾ ਬਣਨ ਨੂੰ ਤਿਆਰ ਹੋਵੇਗਾ? ਸੋ ਇਹ ਜਿਹੜੇ ਨੇ ਬੜੇ ਕਾਰਨ ਨੇ। ਹੁਣ ਦੇਖੋ, ਤੁਸੀਂ ਪੁਲਿਸ ਅਧਿਕਾਰੀਆਂ ਤੇ ਇਹਦੀ ਗੱਲ ਛੱਡੋ, ਈਵਨ ਕਿ ਇਹ ਜਿਹੜੀ SIT ਨਵੀਂ ਗਠਨ ਕਰਦੀ ਆ ਉਹਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਵੀ ਇਸ ਵੇਲੇ ਜਿਹੜਾ ਨਾ ਬਹੁਤ ਫੂਕ ਕੇ ਕਦਮ ਧਰਦੇ ਪਏ ਆ ਔਰ ਬੜੀ ਇੱਕ ਨਿਰਾਸ਼ਾਜਨਕ ਸਥਿਤੀ ਦੇ ਵਿੱਚ ਆ। ਸੋ ਤੋਂ ਮੇਰੀ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਆਪਣੇ ਸੂਤਰਾਂ ਤੋਂ, ਉਹਦੇ ਅਨੁਸਾਰ ਕੱਲ ਉਹਨਾਂ ਨੇ ਜਿਹੜੇ ਪੰਜਾਬ ਨਾਲ ਸੰਬੰਧਿਤ 11 MP ਨੇ ਉਹਨਾਂ ਦਾ ਲੰਚ ਜਿਹੜਾ ਜੋ ਵੀ ਸੀ ਕਾਂਗਰਸ ਨਾਲ ਸੰਬੰਧਿਤ ਜਿਹੜੇ MP ਸੀ ਉਹਨਾਂ ਦਾ ਲੰਚ ਰੱਖਿਆ, ਤਾਂ ਜੋ ਉਹਨਾਂ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ ਇਸੇ ਤਰ੍ਹਾਂ ਮੀਟਿੰਗ ਕਰਕੇ ਕਾਂਗਰਸ ਸਰਕਾਰ ਦਾ ਜਿਹੜਾ ਵਰਸ਼ਨ ਹੈ, ਜਿਹੜਾ ਪੱਖ ਆ ਉਹਨਾਂ ਦਾ ਸਪਸ਼ਟ ਕੀਤਾ ਜਾਵੇ। ਪਰ ਅਖੀਰ ਦੇ ਸਮੇਂ ਤੇ ਉਹ ਜਿਹੜੀ ਮੀਟਿੰਗ ਸੀ ਕੈਂਸਲ ਕਰ ਦਿੱਤੀ ਗਈ। ਉਸ ਦੇ ਕਾਰਨ ਪਿੱਛੇ ਇਹੋ ਦੱਸਿਆ ਜਾਂਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਜਿਹੜੇ ਨੇ ਉਹ ਨਵੀਂ SIT
ਔਰ ਬਾਰਨਾਂ ਦੇ ਸੰਬੰਧੀ ਕੀ ਉਹਨਾਂ ਨੇ ਕਾਰਵਾਈ ਕਰਨੀ ਆ ਜਾਂ ਉਹਨਾਂ ਦੀ ਸਰਕਾਰ ਦਾ ਕੀ ਰੁਖ ਤਿਆਰ ਹੋਵੇਗਾ, ਉਹਦੇ ਸੰਬੰਧੀ ਕੋਈ ਵੀ ਜਿਹੜਾ ਤਸੱਲੀਪੂਰਵਕ ਸੰਤੁਸ਼ਟੀਜਨਕ ਜਵਾਬ ਜਿਹੜਾ ਸੀ ਉਹਨਾਂ ਕੋਲ ਨਹੀਂ ਹੈਗਾ, ਤਾਂ ਉਹ ਜਵਾਬ MP ਨੂੰ ਕੀ ਦੇਣਗੇ। ਇਸ ਕਰਕੇ ਉਹਨਾਂ ਵੱਲੋਂ ਐਨ ਮਿੱਥੇ ਸਮੇਂ ਤੇ ਉਹ ਜਿਹੜਾ ਲੰਚ ਸੀ ਉਹ ਮੁਲਤਵੀ ਕਰ ਦਿੱਤਾ ਗਿਆ ਔਰ ਸਮਝਿਆ ਜਾਂਦਾ ਕਿ ਉਹ ਲੰਚ ਜਿਹੜਾ ਅੱਜ ਹੈਗਾ। ਕਿਉਂਕਿ ਜੇਕਰ ਪੰਜਾਬ ਦੇ ਤੁਸੀਂ ਲੋਕ ਸਭਾ ਮੈਂਬਰਾਂ ਦੀ ਜਾਂ ਰਾਜ ਸਭਾ ਮੈਂਬਰਾਂ ਦੀ ਗੱਲ ਕਰਦੇ ਜੇ ਤਾਂ ਉਹਨਾਂ ਦੇ ਵਿੱਚ ਕੁਝ ਮੈਂਬਰ ਅਜਿਹੇ ਨੇ ਕਿ ਜਿਹੜੇ ਸਿੱਧੇ ਕੈਪਟਨ ਨੂੰ ਸਵਾਲ ਕਰਨ ਦੀ ਸਮਰੱਥਾ ਰੱਖਦੇ ਆ, ਜਿਨ੍ਹਾਂ 'ਚ ਸ਼ਮਸ਼ੇਰ ਸਿੰਘ ਦੂਲੋ ਹੈ, ਪ੍ਰਤਾਪ ਸਿੰਘ ਬਾਜਵਾ ਹੈ। ਇਹੋ ਜਿਹੇ ਬੰਦੇ, ਇਵਨ ਕਿ ਰਵਨੀਤ ਬਿੱਟੂ ਵੀ ਬੋਲ ਸਕਦਾ, ਚਲੋ ਬੋਲਣਾ ਜਾਂ ਨਹੀਂ ਪਤਾ, ਪਰ ਇਹ ਜਿਹੜੇ ਦੋ ਬੰਦੇ ਨੇ ਪ੍ਰਤਾਪ ਸਿੰਘ ਬਾਜਵੇ ਹੋਣੀ ਜਾਂ ਸ਼ਮਸ਼ੇਰ ਸਿੰਘ ਦੂਲੋ ਹੋਣੀ, ਉਹ ਅਕਸਰ ਬੋਲਦੇ ਰਹੇ ਆ ਤੇ ਫੇਸਬੁੱਕ ਤੇ ਲਾਈਵ ਹੋ ਕੇ ਕੱਲ ਵੀ ਉਹਨਾਂ ਨੇ ਜਿਹੜੇ ਕਰੋਨਾ ਸੰਬੰਧੀ ਗਾਈਡਲਾਈਨ ਜਾਂ ਲੋਕਡਾਊਨ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਲਾਇਆ ਗਿਆ, ਉਸ ਸੰਬੰਧੀ ਵੀ ਉਹਨਾਂ ਨੇ ਲਾਈਵ ਹੋ ਕੇ ਗੱਲਬਾਤ ਕੀਤੀ ਹੈ ਕਿ ਭਾਈ ਲਾਉਣਾ ਚਾਹੀਦਾ। ਜਾਨੀ ਰਵਨੀਤ ਸਿੰਘ ਬਿੱਟੂ ਆਪਣੀ ਸਰਕਾਰ ਦੇ ਅਗੇਂਸਟ ਥੋੜਾ ਬਹੁਤਾ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਦਬਵੀਂ ਆਵਾਜ਼ ਦੇ ਵਿੱਚ ਭਲਾ ਆਪਾਂ ਕਹਿ ਦਈਏ ਬੋਲਦੇ ਰਹੇ। ਮਤਲਬ ਕਹਿਣ ਦਾ ਅਰਥ ਤਾਂ ਫਿਰ ਇਹੋ ਹੀ ਹੈ ਨਾ ਕਿ ਉਹਨਾਂ ਦਾ ਜਦੋਂ MPs ਦਾ ਜਵਾਬ ਤੁਹਾਡੇ ਕੋਲ ਨਹੀਂ ਦਿੱਤਾ ਜਾਣਾ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਵਿਚਕਾਰਲਾ ਰਸਤਾ ਲੱਭਿਆ ਤਾਂ ਜੋ ਇਸ ਰਸਤੇ ਤੋਂ ਸਾਫ ਸਾਈਡ ਹੋ ਕੇ ਨਿਕਲਿਆ ਜਾ ਸਕੇ। ਕਹਿਣ ਦਾ ਅਰਥ ਇਹ ਹੈ ਕਿ ਜਿਹੜੀ ਹੁਣ ਇਸ ਵੇਲੇ ਪੋਜੀਸ਼ਨਾਂ ਬਣੀਆਂ ਨੇ ਨਵੀਂ SIT ਨੂੰ ਲੈ ਕੇ ਔਰ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰਨ ਵਾਸਤੇ ਕੋਈ ਜਿਹੜੇ ਪੁਲਿਸ ਅਧਿਕਾਰੀ ਵਿੱਚ ਸ਼ਾਮਲ ਨਹੀਂ ਹੋ ਰਹੇ, ਉਹਨਾਂ ਦੇ ਪਿੱਛੇ ਇਹੋ ਹੀ ਇੱਕ ਦੋ ਕਾਰਨ ਨੇ। ਕਿਉਂਕਿ ਅਮਰਿੰਦਰ ਸਿੰਘ ਹੋਣਾ ਵੱਲੋਂ ਆਪਣੀ ਸਾਖ ਬਚਾਉਣ ਵਾਸਤੇ ਜਿਹੋ ਜਿਹੇ ਸਟਾਰਟਿੰਗ ਤੇ ਹੀ ਉਹਨਾਂ ਨੇ ਇਹ ਦਾਅਵੇ ਕਰ ਦਿੱਤੇ ਕਿ ਵੇਖੋ ਜੀ ਜਦੋਂ ਅਸੀਂ ਅਗਲਾ ਚਲਾਨ ਪੇਸ਼ ਕਰਾਂਗੇ ਉਹਦੇ ਵਿੱਚ ਅਸੀਂ ਬਾਦਲ ਦਾ ਨਾਂ ਰੱਖਣਾ। ਹੁਣ ਇਹੋ ਜਿਹੀ ਦੁਸ਼ਮਣੀ ਜਿਹੜੀ ਆ, ਕੱਲ੍ਹ ਨੂੰ ਰਾਜਨੀਤਿਕ ਲੋਕ ਸਾਈਡ ਤੇ ਹੋ ਜਾਣੇ ਆ ਔਰ ਜਿਹੜੇ ਪੁਲਿਸ ਅਧਿਕਾਰੀਆਂ ਨੇ ਇਹੋ ਜਿਹਾ ਕੰਮ ਕੀਤਾ ਹੋਇਆ ਉਹਨਾਂ ਦੇ ਟਾਰਗੇਟ ਤੇ ਆ ਜਾਣਾ, ਜਾਂ ਤਾਂ ਉਹਨਾਂ ਦੀ ਪਿੱਠ ਪਿੱਛੇ ਕੋਈ ਖਲੋਵੇ। ਔਰ ਦੇਖੋ ਜੋ ਕੁਝ ਅੱਜ ਦੇ ਹਾਲਾਤਾਂ ਦੇ ਵਿੱਚ ਕਵਰ ਵਿਜੇ ਪ੍ਰਤਾਪ ਦਾ ਹਸ਼ਰ, ਜਿਹੜਾ ਮੈਂ ਹਸ਼ਰ ਕਹਾਂਗਾ, ਉਹ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਤਾ ਨਹੀਂ ਕਰਨਾ ਹੀ ਕਿ ਜਾਂ ਨਹੀਂ ਸੀ ਕਰਨਾ ਜਦੋਂ ਉਹਨਾਂ ਦੀ ਸਰਕਾਰ ਹੁੰਦੀ। ਜਿਸ ਤਰ੍ਹਾਂ ਕਵਰ ਵਿਜੇ ਹੁਣੀ ਕਹਿੰਦੇ ਜੀ ਮੈਨੂੰ ਧਮਕੀਆਂ ਵੀ ਦਿੱਤੀਆਂ ਗਈਆਂ, ਸਭ ਕੁਝ ਕੀਤੀਆਂ ਗਈਆਂ, ਪਰ ਮੈਂ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਲੈ ਕੇ ਆਪਣਾ ਕੰਮ ਜਿਹੜਾ ਆਪਣੀ ਜਾਂਚ ਪੂਰੇ ਤੌਰ ਤੇ ਨਿਰਪੱਖ ਤੌਰ ਤੇ ਕੀਤੀ। ਤਾਂ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ 2022 ਚ ਸਰਕਾਰ ਉਹਨਾਂ ਦੀ ਆਉਂਦੀ ਨਾ ਆਉਂਦੀ, ਕੀ ਹੁੰਦਾ ਜਾਂ ਕੀ ਨਹੀਂ, ਉਹ ਹਸ਼ਰ ਪਤਾ ਨਹੀਂ ਹੋਣਾ ਹੈ ਕਿ ਨਹੀਂ ਹੋਣਾ। ਪਰ ਜੋ ਹਸ਼ਰ ਉਸ ਅਮਾਨਤਾ ਅਫਸਰ ਦਾ ਕੈਪਟਨ ਸਰਕਾਰ ਨੇ ਕੀਤਾ, ਮੇਰਾ ਨਹੀਂ ਖਿਆਲ ਕਿ ਭਵਿੱਖ ਦੇ ਵਿੱਚ ਕੋਈ ਵੀ IPS ਅਧਿਕਾਰੀ ਇਹਨਾਂ ਜਿਹੜੇ ਇੱਕ ਹਿਸਾਬ ਲਾ ਲਓ ਅਣਖੀ ਜੀ, ਇੱਕ ਹਿਸਾਬ ਲਾ ਲਓ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਚਾਹੇ ਉਹ ਵਿਦ ਹਾਈ ਕੋਰਟ ਵੀ ਆਪਾਂ ਲੈ ਲਈਏ, ਹਾਈ ਕੋਰਟ ਨੂੰ ਚਲੋ ਵਿਰੋਧੀ ਨੇ ਆਪਾਂ ਕਹਿ ਸਕਦੇ, ਹਾਈ ਕੋਰਟ ਤੇ ਚਲੋ ਆਪਾਂ ਨੂੰ ਟੀਕਾ ਟਿੱਪਣੀ ਕਰਨੀ ਬਣਦੀ ਤੇ ਨਹੀਂ, ਪਰ ਫਿਰ ਵੀ ਆਪਾਂ ਜਿਸ ਤਰੀਕੇ ਨਾਲ ਹਾਈ ਕੋਰਟ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਕਿ ਇਸ IG ਨੇ ਇੱਕ ਖਾਸ ਸਿਆਸੀ ਧਿਰ ਨੂੰ ਜਿਹੜਾ ਲਾਹਾ ਦੇਣ ਦੇ ਲਈ ਇਹ ਪੂਰਨ ਤਰੀਕੇ ਦੇ ਨਾਲ ਸਿਆਸਤ ਤੋਂ ਪ੍ਰੇਰਿਤ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਆ। ਅਕਾਲੀ ਦਲ ਵੀ ਇਲਜ਼ਾਮ ਲਗਾਉਣ ਲੱਗ ਗਿਆ ਕਿ ਭਾਈ ਇਹਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਇਹ ਗੱਲ ਕੀਤੀ ਆ। ਚਲੋ ਇਹ ਤਾਂ ਕਹਿਣ, ਉਧਰੋਂ ਕਾਂਗਰਸ ਵੀ ਕਹਿਣ ਲੱਗ ਗਏ, ਕਾਂਗਰਸ ਵੀ ਕੁਮਰ ਵਿਜੇ ਪ੍ਰਤਾਪ ਨੂੰ ਹੀ ਘੇਰਨ ਲੱਗ ਗਏ। ਤਾਂ ਫਿਰ ਅਜਿਹੇ ਦੇ ਵਿੱਚ ਜਦੋਂ ਘਿਰਨਾ ਹੀ ਇਨਵੈਸਟੀਗੇਸ਼ਨ ਅਫਸਰ ਨੇ ਆ ਤਾਂ ਫਿਰ ਇਨਵੈਸਟੀਗੇਸ਼ਨ ਅਗਲਾ ਕਰੇ ਕਿਉਂ? ਬਸ ਮੇਰੀ ਗੱਲ ਤਾਂ ਜਵਾਬ ਸਿੱਧੂ ਸਾਹਿਬ ਤਾਂ ਤੁਸੀਂ ਬੜੇ ਸੰਖੇਪ ਸ਼ਬਦਾਂ ਬੜੇ ਵਿਸ਼ਲੇਸ਼ਣਾਤਮਕ ਤਰੀਕੇ ਨਾਲ ਦੇ ਦਿੱਤਾ ਕਿ ਮੈਂ ਵੀ ਉਹੀ ਗੱਲ ਕੀਤਾ ਕਿ ਜੋ ਹਾਲ ਕਾਂਗਰਸ ਦੇ ਮੰਤਰੀਆਂ ਨੇ ਜਾਂ ਕਾਂਗਰਸ ਸਰਕਾਰ ਨੇ ਉਹਦਾ ਵਿਚਾਰ ਦਾ ਕੀਤਾ, ਕਿਹੜਾ ਅਫਸਰ ਜਿਹੜਾ ਇਹਨਾਂ ਦੇ ਆਕੇ ਲੱਗ ਕੇ ਕੱਲ ਨੂੰ ਇੱਕ ਜਿਹੜੀ ਨਿਰਪੱਖ ਜਿਹੜੀ ਆ, ਮੈਂ ਨਿਰਪੱਖ ਸ਼ਬਦ ਕਿਹਾ, ਨਿਰਪੱਖ ਜਾਂਚ ਕਰੇਗਾ। ਮੰਨ ਲਓ ਕਿ ਅਸੀਂ ਕਹਿ ਦਿੰਦੇ ਹਾਂ ਕਿ ਵਿਜੇ ਪ੍ਰਤਾਪ ਨੇ ਇੱਕ ਪਾਸੜ ਹੋ ਕੇ ਇਨਕੁਆਇਰੀ ਕੀਤੀ। ਜੇਕਰ ਇੱਕ ਪਾਸੜ ਹੋ ਕੇ ਇਨਕੁਆਇਰੀ ਕੀਤੀ, ਕਿਹਦੇ ਕਹਿਣ ਤੇ ਕੀਤੀ? ਗ੍ਰਹਿ ਮੰਤਰੀ ਦੇ ਕਹਿਣ ਤੇ। ਗ੍ਰਹਿ ਮੰਤਰੀ ਕੌਣ ਆ? ਪੰਜਾਬ ਦਾ ਮੁੱਖ ਮੰਤਰੀ ਆ। ਤਾਂ ਉਹ ਮਿੰਟ ਦੇ ਵਿੱਚ ਹੀ ਉਹਦਾ ਅਸਤੀਫਾ ਸਵੀਕਾਰ ਕਰ ਦਿੰਦਾ। ਔਰ ਈਵਨ ਕਿ ਇੱਕ ਵੀ ਸ਼ਬਦ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਅੱਜ ਦੀ ਤਰੀਕ ਦੇ ਵਿੱਚ ਕਵਰ ਵਿਜੇ ਪ੍ਰਤਾਪ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਗਿਆ। ਸਟਾਰਟਿੰਗ ਤੋਂ ਉਹਨਾਂ ਨੇ ਕਿਹਾ ਕਿ ਬਹੁਤ ਇਮਾਨਦਾਰ ਅਫਸਰ ਹੈ, ਉਹਦੇ ਅਗੇਂਸਟ ਹੀ ਆਏ। ਔਰ ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੈ ਪੂਰਨ ਤੌਰ ਤੇ ਇਸ ਵਿਵਾਦ 'ਚ ਘਿਰ ਚੁੱਕੀ ਆ, ਤਾਂ ਉਹਨਾਂ ਨੇ ਉਸ ਇਮਾਨਦਾਰ ਅਫਸਰ ਨੂੰ ਬਿਲਕੁਲ ਸਾਈਡਲਾਈਨ ਕਰਕੇ ਉਸ ਨੂੰ ਭੁੱਲ ਭੁਲਾ ਹੀ ਦਿੱਤਾ। ਔਰ ਮੈਂ ਸਮਝਦਾ ਕਿ ਚੰਗਾ ਹੋਇਆ ਕਿ ਉਸ ਬੰਦੇ ਨੇ ਰਿਜ਼ਾਈਨ ਦੇ ਕੇ ਇਹ ਇੱਕ ਜਿਹੜਾ ਸੇਫ ਜ਼ੋਨ ਆਪਣੇ ਵਾਸਤੇ ਮਹਿਸੂਸ ਕੀਤਾ। ਜੇਕਰ ਇਸ ਗੰਦਲੀ ਰਾਜਨੀਤੀ ਦਾ ਹਿੱਸਾ ਬਣਿਆ ਰਹਿੰਦਾ ਤਾਂ ਪਤਾ ਨਹੀਂ ਉਹਦਾ ਕੀ ਹਸ਼ਰ ਹੁੰਦਾ। ਬਾਕੀ ਚਲੋ ਸਾਡੀ ਚਰਚਾ ਦਾ ਵਿਸ਼ਾ ਕਵਰ ਵਿਜੇ ਪ੍ਰਤਾਪ ਨਹੀਂ ਹੈ। ਗੱਲ ਇਹ ਆ ਵੀ ਅਣਖੀ ਜੀ ਵੀ ਗੁਰੂ ਸਾਹਿਬ ਨੂੰ ਤੇ ਗੁਰੂ ਸਾਹਿਬ ਦੀ ਰਾਖੀ ਦੇ ਲਈ ਜਾਂ ਫਿਰ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਦੇ ਵਜੋਂ ਉੱਥੇ ਜਿਹੜੇ ਪ੍ਰੋਟੈਸਟ ਕਰ ਰਹੇ ਮਾਰੇ ਗਏ ਸਿੰਘ ਸੀ, ਉਹਨਾਂ ਨੂੰ ਇਨਸਾਫ ਮਿਲੇਗਾ ਕਿਵੇਂ? ਕਿਹੜੇ ਇਹੋ ਜਿਹੇ ਦਲੇਰ ਅਫਸਰ ਹੋਣਗੇ ਜਿਹੜੇ ਇਸ SIT ਦੇ ਵਿੱਚ ਵੜ ਕੇ ਇਹੋ ਜਿਹੀ ਗੰਦਲੀ ਰਾਜਨੀਤੀ ਦੇ ਵਿੱਚ ਬੜੇ ਹੋਏ ਲੀਡਰਾਂ ਤੋਂ ਬੇਡਰ ਹੋ ਕੇ ਨਿਰਪੱਖ ਜਾਂਚ ਕਰਨਗੇ, ਗੁਰੂ ਸਾਹਿਬ ਨੂੰ ਇਨਸਾਫ ਦਿਵਾਉਣਗੇ? ਚਲੋ ਗੁਰੂ ਸਾਹਿਬ ਦਾ ਖੁਦ ਹੀ ਇਨਸਾਫ ਦਿਵਾਉਣ ਵਾਲਿਆਂ ਦੁਨੀਆ ਨੂੰ ਆਪਾਂ ਕੌਣ ਹੁੰਦੇ ਆ, ਪਰ ਜਿਹੜੇ ਉੱਥੇ ਦੋ ਸਿੰਘ ਮਰੇ ਆ ਉਹਨਾਂ ਨੂੰ ਵੀ ਕਹਿੰਦੇ
ਕੌਣ ਜਿਹੜਾ ਹੁਣ ਇਨਸਾਫ ਦਊਗਾ, ਇਹ ਵੀ ਬੜਾ ਵੱਡਾ ਸਵਾਲ ਖੜਾ ਹੋ ਗਿਆ ਕਿ ਇਹ ਜਿਹੜੇ ਸਿਆਸੀ ਰਾਜਨੀਤਿਕ ਲੀਡਰ ਨੇ ਕਿ ਇਹ ਇਨਸਾਫ ਦਿਵਾਉਣਾ ਚਾਹੁੰਦੇ ਵੀ ਜੇ ਨਹੀਂ, ਜਾਂ ਫਿਰ ਇਸ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਮੁੱਦੇ ਦੇ ਉੱਪਰ ਸਿਰਫ ਸਰਕਾਰ ਬਣਾਉਣਾ ਚਾਹੁੰਦੇ, ਆਪਣੀ ਰਾਜਨੀਤੀ ਚ ਲੁਕਾਉਣਾ ਚਾਹੁੰਦੇ। ਸਿੱਧੂ ਸਾਹਿਬ, ਸਿਰਫ ਔਰ ਸਿਰਫ ਅਖੀਰ ਦੀ ਗੱਲ ਜਿਹੜੀ ਤੁਸੀਂ ਗੱਲ ਕੀਤੀ, ਤੁਹਾਡੀ ਗੱਲ ਦਾ ਇਹੋ ਹੀ ਜਵਾਬ ਆ ਕਿ ਸਿਰਫ ਔਰ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਕੋਈ ਵੀ ਪਾਰਟੀ ਹੋਵੇ, ਮੈਂ ਕੋਈ ਵੀ ਪਾਰਟੀ ਕਹਿ ਰਿਹਾ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਭਾਵੇਂ ਕਾਂਗਰਸ ਪਾਰਟੀ ਹੋਵੇ, ਭਾਵੇਂ ਆਮ ਆਦਮੀ ਪਾਰਟੀ ਹੋਵੇ, ਭਾਵੇਂ ਸੁਖਦੇਵ ਢੀਂਡਸੇ ਦੀ ਇਹ ਗਰੁੱਪ ਹੋਵੇ, ਕੋਈ ਵੀ ਹੋਵੇ, ਸਾਰੇ ਇਸ ਮੁੱਦੇ ਤੇ ਸਿਆਸਤ ਕਰਕੇ ਕੁਰਸੀ ਦੀ ਦੌੜ ਤੱਕ, ਕੁਰਸੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ। ਤੁਸੀਂ ਗੱਲ ਕੀਤੀ ਕਿ ਇਨਸਾਫ ਦੀ ਗੱਲ, ਸਰ ਇਨਸਾਫ, ਮੈਂ ਇੱਕ ਦਿਨ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ, ਇਨਸਾਫ ਤਾਂ ਅੱਜ ਤੱਕ 1984 ਦੇ ਜਿਹੜੇ ਬੰਦੇ ਨੇ, ਉਹਨਾਂ ਜਿਹੜੇ ਪਰਿਵਾਰਾਂ ਦੇ ਪਰਿਵਾਰ ਮਾਰੇ ਗਏ, ਇਨਸਾਫ ਤਾਂ ਅਜੇ ਤੱਕ ਉਹਨਾਂ ਨੂੰ ਨਹੀਂ ਮਿਲਿਆ। ਜਦੋਂ ਕਿ ਅਕਾਲੀ ਦਲ ਵੱਲੋਂ ਹਮੇਸ਼ਾ ਇਹੋ ਹੀ 35 ਸਾਲਾਂ 'ਚ ਇਹੋ ਹੀ ਸੁਣਦੇ ਰਹੇ ਆ ਕਿ ਕਾਂਗਰਸ ਸਰਕਾਰ ਸਿੱਖਾਂ ਦੀ ਦੁਸ਼ਮਣ, ਕਾਂਗਰਸ ਸਰਕਾਰ 84 ਦੇ ਦੰਗੇ, ਔਰ 84 ਦੇ ਦੰਗੇ ਕਰਦੇ ਕਰਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਦੇ ਵਿੱਚ 20-25 ਸਾਲ ਦੇ ਕਰੀਬ ਰਾਜ ਕਰ ਗਿਆ। ਪਰ ਉਹ ਲੋਕ ਜਿਹੜੇ ਨੇ ਅਜੇ ਵੀ, ਜਿਨ੍ਹਾਂ ਦੇ ਪਰਿਵਾਰ ਜਿਹੜੇ ਨੇ, ਘਰ ਜਿਹੜੇ ਨੇ, ਉਹਨਾਂ ਨੂੰ ਅੱਜ ਤੱਕ ਇਨਸਾਫ ਜਿਹੜਾ ਨਹੀਂ ਮਿਲਿਆ। ਦੂਸਰੇ ਬੰਨੇ ਅਸੀਂ ਜਿਹੜੀ ਇਹ ਗੱਲ ਕੀਤੀ ਕਿ ਇਨਸਾਫ ਦਿਵਾਊਗਾ ਕੌਣ, ਤਾਂ ਜਦੋਂ ਇਨਸਾਫ ਦੀ ਪ੍ਰਾਪਤੀ ਨਾ ਹੋਵੇ, ਜਦੋਂ ਅਖੀਰ ਫਿਰ ਲੋਕਾਂ ਦਾ ਇੱਕ ਵਿਰੋਧ ਉੱਠਦਾ, ਲੋਕੀ ਇੱਕ ਮੁੱਠ ਹੁੰਦੇ ਆ, ਤਾਂ ਫਿਰ ਇਹ ਨਿਜ਼ਾਮ ਜਿਹੜਾ ਨਾ ਬਦਲਣ ਦੀ ਗੱਲ ਹੁੰਦੀ ਹੈ। ਅਜੇ ਉਹ ਸਥਿਤੀ ਜਿਹੜੀ ਹੈ ਅਜੇ ਨਹੀਂ ਆਈ। ਅਜੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਅਜੇ ਉਹੋ ਜਿਹੀਆਂ ਸਥਿਤੀਆਂ ਜਾਂ ਅਵਸਥਾਵਾਂ ਨਹੀਂ ਨੇ ਕਿ ਲੋਕ ਇੱਕ ਮੁੱਠ ਹੋ ਕੇ ਇਨਸਾਫ ਦੀ ਪ੍ਰਾਪਤੀ ਵਾਸਤੇ ਕਰਨ। ਮੈਨੂੰ ਆਪਣੇ ਨਿੱਜੀ ਪੱਧਰ ਤੇ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਰਾਜਨੀਤਿਕ ਕੋਈ ਵੀ ਇੱਕ ਵੀ ਬੰਦਾ, ਉਹ ਜਿਹੜੇ ਬੰਦੇ ਮਾਰੇ ਗਏ, ਕ੍ਰਿਸ਼ਨ ਭਗਵਾਨ ਸਿੰਘ ਹੁਣੀ ਤੇ ਦੂਜੇ, ਉਹਨਾਂ ਦੇ ਹੱਕ ਦੇ ਵਿੱਚ ਕਦੇ ਬਾਅਦ 'ਚ ਵੀ ਜਾ ਕੇ ਕਿਸੇ ਨੇ ਉਹਨਾਂ ਦੀ ਸਾਰ ਲਈ ਹੋਵੇ। ਹਾਂ, ਵੋਟਾਂ ਦੇ ਸਮੇਂ ਉਹ ਜਾ ਸਕਦੇ ਆ। ਅਸੀਂ ਮੌਜੂਦਾ ਸਮੇਂ 'ਚ 2-4 ਲੀਡਰਾਂ ਦੀ ਗੱਲ ਕਰਦੇ ਕਿ ਜਿਹੜੇ ਬੜੇ ਸਾਨੂੰ ਸਿੱਖ ਹਿਤੈਸ਼ੀ ਲੱਗਦੇ, ਜਥੇਦਾਰ ਦਾਦੂਆ ਲੱਗਦਾ, ਸੁਖਪਾਲ ਖਹਿਰਾ ਵੀ ਚਲੇ ਜਾਂਦਾ, ਭਾਈ ਰਣਜੀਤ ਸਿੰਘ ਹੁਣੀ ਵੀ ਚਲੇ ਜਾਂਦੇ ਨੇ, ਹੋਰ ਇਸ ਤਰ੍ਹਾਂ ਦੇ ਲੀਡਰ ਚਲੇ ਜਾਂਦੇ ਨੇ। ਈਵਨ ਕਿ ਤਰਜਿੰਦਰ ਬਾਜਵੇ ਤੇ ਵੀ ਇਲਜ਼ਾਮ ਲੱਗਦਾ ਕਿ ਇਹਨੇ ਜਾ ਕੇ ਬਰਗਾੜੀ ਮੋਰਚਾ, ਬੜੇ ਨਾਮ ਨੇ, ਪਰ ਅਸਲ ਦੇ ਵਿੱਚ ਮਿੱਤਰ ਪਿਆਰਿਓ, ਕਿਤੇ ਸੰਜੀਦਗੀ ਦੇ ਨਾਲ ਉਹਨਾਂ ਲੋਕਾਂ ਦੀ ਗੱਲ ਤਾਂ ਸੁਣੋ। ਉਹਨਾਂ ਤੋਂ ਇਸੇ ਖਬਰ ਦੇ ਨਾਲ ਹੁਣ ਜੋੜ ਕੇ ਆਪਾਂ ਅਗਲੀ ਖਬਰ ਲੈ ਲੈਂਦੇ ਹਾਂ ਜੀ। ਇਸੇ ਮਾਮਲੇ ਦੇ ਵਿੱਚ, ਬੇਅਦਬੀ ਤੇ ਗੋਲੀकांड ਦੇ ਮਾਮਲੇ ਦੇ ਵਿੱਚ ਇਨਸਾਫ ਦਿਵਾਉਂਦਾ ਇੱਕ IG, ਆਪਾਂ ਦੇਸੀ ਭਾਸ਼ਾ ਦੇ ਵਿੱਚ ਜੇ ਕਹਿ ਦਈਏ, ਬੇਸ਼ੱਕ ਉਹਨੇ ਅਸਤੀਫਾ ਦਿੱਤਾ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ IG ਰਗੜਿਆ ਗਿਆ। ਦੂਜੇ ਪਾਸੇ ਆਪਾਂ ਗੱਲ ਕਰ ਲਈਏ ਨਵਜੋਤ ਸਿੰਘ ਸਿੱਧੂ ਵੀ ਇਸੇ ਮਾਮਲੇ ਨੂੰ ਚੁੱਕ ਰਿਹਾ, ਇਸੇ ਮਾਮਲੇ ਤੇ ਸਵਾਲ ਚੁੱਕ ਰਿਹਾ, ਚਾਹੇ ਉਹ ਆਪਣੀ ਸਰਕਾਰ ਆ ਉਹਦੀ, ਚਾਹੇ ਉਹਦਾ ਆਪਣਾ ਮੁੱਖ ਮੰਤਰੀ ਆ। ਪਹਿਲਾਂ IG ਰਗੜਿਆ ਗਿਆ, ਹੁਣ ਕਹਿੰਦੇ ਨਵਜੋਤ ਸਿੰਘ ਸਿੱਧੂ ਨੂੰ ਰਗੜਨ ਦੀ ਤਿਆਰੀ ਹੈ। ਇੱਕ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ, ਕਹਿੰਦੇ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਭਾਈ ਇਹ ਤਾਂ ਆਪਣੀ ਸਰਕਾਰ ਤੇ ਸਵਾਲ ਚੁੱਕੀ ਜਾ ਰਿਹਾ, ਇਹ ਤਾਂ ਅਨੁਸ਼ਾਸਨ ਭੰਗ ਕਰ ਰਿਹਾ। ਕਹਿੰਦੇ ਰਿਪੋਰਟ ਤਿਆਰ ਕਰਕੇ ਦੇ ਰਿਹਾ ਹਰੀਸ਼ ਰਾਵਤ ਦੇ ਥਰੂ ਹਾਈ ਕਮਾਨ ਨੂੰ, ਵੀ ਭਾਈ ਨਵਜੋਤ ਸਿੰਘ ਸਿੱਧੂ ਦਾ ਕੋਈ ਹੱਲ ਕਰੋ, ਜਾਂ ਤੁਹਾਨੂੰ ਪਾਰਟੀ ਤੋਂ ਬਾਹਰ ਕਰ ਦਿਓ, ਇਹਨੂੰ ਕੋਈ ਸਜ਼ਾ ਦਿਓ, ਇਹ ਤਾਂ ਆਪਣੀ ਪਾਰਟੀ ਦੇ ਖਿਲਾਫ ਬੋਲੀ ਜਾਂਦਾ। ਕਿਵੇਂ ਦੇਖਦੇ ਹੋ ਕਿ IG ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੂੰ ਰਗੜਨ ਦੀ ਤਿਆਰੀ ਹੈ? ਦੇਖੋ, ਇਹ ਸਵਾਲ ਜਿਹੜਾ ਬੜਾ ਵਧੀਆ ਸਾਡੇ ਵਿਸ਼ੇ ਨਾਲ ਜੁੜਦਾ, ਔਰ ਬੜਾ ਵਧੀਆ ਸਵਾਲ ਤੁਸੀਂ ਮੈਨੂੰ ਕੀਤਾ। ਬਿਲਕੁਲ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਮਗਰੋਂ ਬਣੇ ਹਾਲਾਤਾਂ ਨੂੰ ਇਨਸਾਫ ਦਿਵਾਉਂਦਾ ਇੱਕ IPS ਅਧਿਕਾਰੀ ਜਿਹੜਾ ਗੈਰ ਸਿੱਖ ਸੀ, IG ਪੱਧਰ ਦਾ, ਉਹ ਰਗੜਿਆ ਗਿਆ। ਤੇ ਹੁਣ ਰਗੜਨ ਦੀ ਤਿਆਰੀ ਜਿਹੜੀ ਆ, ਜਿਹੜਾ ਇਸ ਮੁੱਦੇ ਤੇ ਆਵਾਜ਼ ਉਠਾ ਰਿਹਾ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਇੱਕ ਇਨਸਾਫ ਦੀ ਮੰਗ ਕਰਦਾ, ਤਾਂ ਸਰਕਾਰ ਦੇ ਇੱਕ ਜਿਹੜਾ ਉੱਚ ਮੁੱਖ ਮੰਤਰੀ ਆ, ਗ੍ਰਹਿ ਮੰਤਰੀ ਆ, ਉਹਦੇ ਕਹਿੰਦਾ ਕਿ ਭਾਈ ਤੂੰ ਆਪਣੀ ਜ਼ਿੰਮੇਵਾਰੀ ਪਛਾਣ, ਤੂੰ ਕਿਉਂਕਿ ਲੋਕਾਂ ਨੂੰ ਜਵਾਬ ਦੇ ਆ ਤੇ ਤੂੰ ਸਾਡੀ ਟੀਮ ਦਾ ਹਿੱਸਾ, ਤਾਂ ਹੀ ਲੋਕਾਂ 'ਚ ਜਾ ਕੇ ਵਿਚਰਦਾ। ਤੇ ਦੂਜੇ ਪਾਸੇ ਜਿਹੜੇ ਉਹ ਕੈਪਟਨ ਸਾਹਿਬ ਨੇ, ਉਹ ਸਰਕਾਰ ਦੇ ਮੁਖੀ ਨੇ, ਉਹਨਾਂ ਨੂੰ ਇਹ ਗੱਲਾਂ ਜਾਂ ਇਹ ਆਪਣੀਆਂ ਆਲੋਚਨਾਤਮਕ ਜਿਹੜੀਆਂ ਟਿੱਪਣੀਆਂ ਨੇ, ਉਹਨਾਂ ਨੂੰ ਇਹ ਪਾਰਟੀ ਵਿਰੋਧੀ ਲੱਗਦੀਆਂ, ਤੇ ਉਹਨਾਂ ਦੇ ਸੰਬੰਧ 'ਚ ਜਿਹੜੇ ਉਹਨਾਂ ਦੇ ਖਾਸਮ ਖਾਸ ਚੰਦ ਸਿਪਾਹ ਸਲਾਰ ਨੇ, ਉਹ ਰਿਪੋਰਟਾਂ ਤਿਆਰ ਕਰਕੇ, ਜਿਸ ਤਰ੍ਹਾਂ ਤੁਸੀਂ ਦੱਸਿਆ, ਉਹ ਹਾਈ ਕਮਾਨ ਨੂੰ ਭੇਜਣ ਦੀ ਤਿਆਰੀ ਨੇ ਕਿ ਤਾਂ ਜੋ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਸਕੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੁਣ ਨਵਜੋਤ ਸਿੱਧੂ ਨੂੰ ਰਗੜਨ ਦੀ ਤਿਆਰੀ ਹੋ ਰਹੀ ਹੈ। ਪਰ ਸਿੱਧੂ ਸਾਹਿਬ, ਮੈਂ ਹੁਣ ਆਪਣੀ ਜਿਹੜੀ ਟਿੱਪਣੀ ਕਰਦਾ, ਇਹ ਗੱਲ ਯਾਦ ਰੱਖੋ, IG ਵਿਜੇ ਪ੍ਰਤਾਪ ਸਿੰਘ ਕੰਵਰ ਵਿਜੇ ਪ੍ਰਤਾਪ ਸਿੰਘ ਤੇ ਦੂਜੇ ਪਾਸੇ ਨਵਜੋਤ ਸਿੱਧੂ ਦੀ ਸਥਿਤੀ 'ਚ ਬੜਾ ਅੰਤਰ ਹੈ। ਕੰਵਰ ਵਿਜੇ ਪ੍ਰਤਾਪ ਸਿੰਘ ਤਾਂ ਰਗੜਿਆ ਗਿਆ,
ਚਾਹੇ ਉਹਨੇ ਇਨਸਾਫ ਰਿਜ਼ਾਈਨ ਦੇਤਾ, ਉਹ ਤਾਂ ਦੇਤਾ ਕਿ ਕਿਉਂਕਿ ਉਹ ਇੱਕ ਮਸ਼ੀਨਰੀ ਦਾ ਹਿੱਸਾ ਸੀ, ਆਈਪੀਐਸ ਅਧਿਕਾਰੀ ਸੀ, ਨੌਕਰੀ ਕਰਦਾ। ਦੂਜੇ ਪਾਸੇ ਜੇਕਰ ਤੁਸੀਂ ਤੁਲਨਾ ਉਹਦੀ ਨਵਜੋਤ ਸਿੱਧੂ ਨਾਲ ਕਰਦੇ, ਨਵਜੋਤ ਸਿੱਧੂ ਦੀ ਸਥਿਤੀ ਜਿਹੜੀ ਆ ਬਿਲਕੁਲ ਅਲੱਗ ਹੈ। ਨਵਜੋਤ ਸਿੱਧੂ ਇਸ ਕੈਪਟਨ ਸਰਕਾਰ ਦਾ ਇੱਕ ਅਹਿਮ ਹਿੱਸਾ, ਕਾਂਗਰਸ ਪਾਰਟੀ ਦਾ ਇੱਕ ਅਹਿਮ ਵਰਕਰ ਕਹਿ ਸਕਦੇ ਹਾਂ, ਸਿਪਾਹੀ ਕਹਿ ਸਕਦੇ ਹਾਂ, ਔਰ ਹਾਈ ਕਮਾਂਡ ਦੀਆਂ ਅੱਖਾਂ ਦਾ ਉਹ ਤਾਰਾ ਹੈਗਾ। ਤਾਂ ਉਹਦੇ ਸੰਬੰਧੀ ਇਹ ਜਿੰਨੀਆਂ ਮਰਜ਼ੀ ਰਿਪੋਰਟਾਂ ਤਿਆਰ ਕਰ ਲੈਣ, ਦੇਖੋ ਰਿਪੋਰਟ ਤਿਆਰ ਕਰਨੀ ਹੈ, ਹਰੀਸ਼ ਰਾਵਤ ਨੂੰ ਦੇਣੀ ਹੈ। ਹਰੀਸ਼ ਰਾਵਤ ਜਿਹੜਾ ਪੰਜਾਬ ਮਾਮਲਿਆਂ ਦਾ ਕਾਂਗਰਸ ਦਾ ਇੰਚਾਰਜ ਆ, ਉਹ ਇਹ ਰਿਪੋਰਟ ਜਾਖੜ ਹੋਣਾ ਵੱਲੋਂ ਕਾਂਗਰਸ ਜਿਹੜੀ ਪੰਜਾਬ ਕਾਂਗਰਸ ਵੱਲੋਂ ਆ ਉਹ ਤਿਆਰ ਕਰਕੇ ਹਰੀਸ਼ ਰਾਵਤ ਹੋਣਾ ਨੂੰ ਦਿੱਤੀ ਜਾਣੀ, ਹਰੀਸ਼ ਰਾਵਤ ਹੋਣਾ ਨੇ ਜਿਹੜੀ ਹਾਈ ਕਮਾਂਡ ਨੂੰ ਦਿੱਤੀ ਜਾਣੀ। ਇਹ ਤਾਂ ਇੱਕ ਪ੍ਰੋਸੈਸ ਦੀ ਗੱਲ ਆ। ਪਰ ਇਸ ਤੋਂ ਪਹਿਲਾਂ ਵੀ ਕਿ ਰਾਜਕੁਮਾਰ ਵੇਰਕੇ ਵੱਲੋਂ ਰਿਪੋਰਟ ਜਿਹੜੀ ਆ, ਉਹ ਚਿੱਠੀ ਜਿਹੜੀ ਆ ਉਹ ਨਹੀਂ ਭੇਜੀ ਗਈ, ਰਵਨੀਤ ਬਿੱਟੂ ਵੱਲੋਂ ਵੀ ਬਿਆਨਬਾਜ਼ੀ ਜਿਹੜੀ ਨਹੀਂ ਕੀਤੀ ਗਈ। ਔਰ ਇਹ ਸਾਰਿਆਂ ਦੇ ਬਾਵਜੂਦ ਤੁਸੀਂ ਦੱਸੋ ਕਿ ਕੀ ਕਾਂਗਰਸ ਹਾਈਕਮਾਨ ਕੇਵਲ ਉਹ ਚਿੱਠੀ ਦੀ ਵੇਟ ਕਰਨ ਡਈ ਆ ਕਿ ਬਈ ਸੁਨੀਲ ਜਾਖੜ ਚਿੱਠੀ ਭੇਜੇ ਤਾਂ ਅਸੀਂ ਨਵਜੋਤ ਸਿੱਧੂ ਦੇ ਖਿਲਾਫ ਕਾਰਵਾਈ ਕਰੀਏ, ਹਰੀਸ਼ ਰਾਵਤ ਚਿੱਠੀ ਭੇਜੇ? ਨਹੀਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ ਕੇਵਲ ਔਰ ਕੇਵਲ ਉਡਾਈਆਂ ਜਾਂਦੀਆਂ, ਕਿਉਂਕਿ ਜੇਕਰ ਇਹੋ ਜਿਹੀਆਂ ਸਥਿਤੀਆਂ ਉਡਾਈਆਂ ਨਾ ਜਾਣਗੀਆਂ, ਗੱਲਾਂ ਉਡਾਈਆਂ ਨਾ ਜਾਣਗੀਆਂ, ਤੇ ਜਿਹੜੀ ਦੂਸਰੀ ਧਿਰ ਹੈ ਜਿਹਦੇ ਸੰਬੰਧੀ ਅਸੀਂ ਜਿਹਨੂੰ ਹਰਾਸ ਕਰਨਾ ਉਹ ਚਾਲੂ ਕਿੱਦਾਂ ਹੋਵੇਗੀ। ਪਰ ਸਿੱਧੂ ਸਾਹਿਬ, ਮੈਂ ਇੱਕ ਗੱਲ ਕਹਿੰਦਾ, ਨਵਜੋਤ ਸਿੱਧੂ ਫਿਰ ਵੀ ਨਵਜੋਤ ਸਿੱਧੂ ਆ, ਉਹ ਇਹੋ ਜਿਹੀਆਂ ਚੀਜ਼ਾਂ ਤੋਂ ਡਰਨ ਵਾਲਾ ਨਹੀਂ ਕਿ ਮੇਰੇ ਖਿਲਾਫ ਕੀ ਕਾਰਵਾਈ ਹੋਣੀ ਆ, ਕਿਉਂਕਿ ਉਹ ਅਜੇ ਵੀ ਆਪਣੇ ਉਹਨਾਂ ਮੁੱਦਿਆਂ ਨੂੰ ਉਹਨਾਂ ਚੀਜ਼ਾਂ ਨੂੰ ਉਠਾ ਰਿਹਾ। ਅੱਛਾ, ਹੁਣ ਤੁਸੀਂ ਕਹਿ ਰਹੇ ਕਿ ਕਾਂਗਰਸ ਹਾਈਕਮਾਨ ਕਿ ਆਪਣੀ ਪਾਰਟੀ ਦੇ ਖਿਲਾਫ ਬੋਲਦਾ, ਇਸ ਇਸ਼ੂ ਨੂੰ ਲੈ ਕੇ ਉਹ ਮਤਲਬ ਹਾਈਕਮਾਨ ਨੂੰ ਸ਼ਿਕਾਇਤ ਕੀਤੀ ਜਾਏਗੀ। ਮੈਨੂੰ ਦੱਸੋ ਕਿ ਕਿਹੜੀ ਪਾਰਟੀ ਇਸ ਵੇਲੇ ਇਹੋ ਜਿਹੇ ਇੱਕ ਜਿਹੜਾ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਸਾਬਕਾ ਕ੍ਰਿਕਟ ਹੈਗਾ, ਇੱਕ ਰਾਸ਼ਟਰੀ ਨੇਤਾ ਬੰਦਾ ਸਮਰੱਥ ਆ, ਔਰ ਆਪਣੀ ਗੱਲਾਂ ਦੇ ਨਾਲ ਉਹ ਇੱਕ ਭੀੜ ਨੂੰ ਖਿੱਚ ਸਕਦਾ, ਆਪਣੀ ਭੀੜ ਨੂੰ ਤੋੜ ਸਕਦਾ, ਕਿਹੜੀ ਪਾਰਟੀ ਉਸ ਨੂੰ ਤੋੜ ਨੂੰ ਆਪਣੇ ਨਾਲੋਂ ਦੂਰ ਕਰਨ ਦੀ ਚਾਹਤ ਹੋਏਗੀ? ਕਿਸੇ ਪਾਰਟੀ 'ਚ ਨਹੀਂ, ਇਹ ਈਵਨ ਜਿੱਥੇ ਉਹ ਜੁੜਿਆ ਹੈਗਾ। ਕਹਿਣ ਦਾ ਅਰਥ ਇਹ ਆ ਕਿ ਇਹ ਜੋ ਮਰਜ਼ੀ ਕਰ ਲੈਣ, ਉਹਦੇ ਜਿਹੜੇ ਉਠਾਏ ਜਾ ਰਹੇ ਮੁੱਦੇ ਨੇ, ਉਠਾਏ ਜਾ ਰਹੇ ਨੁਕਤੇ ਨੇ, ਉਹ ਪੰਜਾਬ ਦੇ ਲੋਕਾਂ ਦੇ ਨਾਲ ਸੰਬੰਧਿਤ ਨੇ। ਇਸ ਗੱਲ ਨੂੰ ਯਾਦ ਰੱਖਣਾ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਮਾਨਸਿਕਤਾ ਆ ਉਹ ਸਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੈ। ਅੱਜ ਦੀ ਡੇਟ 'ਚ ਤੁਸੀਂ ਅੱਜ ਦੀ ਤਰੀਕ 'ਚ ਵੇਖ ਲਓ ਕਿ ਕਰੋਨੇ ਨਾਲ ਮੌਤਾਂ ਹੋ ਰਹੀਆਂ, ਡਿਸਟ੍ਰਿਕਟ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਜਿਹੜੇ ਧਾਰਮਿਕ ਸਥਾਨ ਬੰਦ ਕਰਨ ਦਾ ਹੁਕਮ ਹੈ, ਪਰ ਲੋਕ ਜਿਹੜੇ ਨੇ ਆਪਣੇ ਗੁਰਦੁਆਰਿਆਂ ਤੋਂ ਜਾਣੋਂ ਹਟੇ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਨਾ ਇੱਥੇ, ਚਾਹੇ ਉਹ ਹਿੰਦੂ ਹੈ ਪੰਜਾਬ ਵਿੱਚ ਰਹਿਣ ਵਾਲਾ, ਚਾਹੇ ਉਹ ਸਿੱਖ ਹੈ, ਚਾਹੇ ਕਿਸੇ ਵੀ ਧਰਮ ਦਾ, ਉਹ ਇੱਕ ਭਾਵਨਾਤਮਕ ਜਿਹੜੀ ਉਹਨਾਂ ਦੀ ਇੱਕ ਜਿਹੜਾ ਭਾਵਨਾਤਮਕ ਜੋੜ ਹੈ ਨਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ। ਤਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਣੀ ਹੈ ਤਾਂ ਸਿੱਧੂ ਸਾਹਿਬ ਫਿਰ ਉੱਥੇ ਹਰ ਬੰਦੇ ਨੇ ਉਸ ਬੰਦੇ ਦੀ ਗੱਲ ਸੁਣਨੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਮਾਮਲੇ ਨੇ। ਤੇ ਸਿੱਧੂ ਕੀ ਕਰ ਰਿਹਾ ਹੁਣ ਦੇਖੋ, ਸਿੱਧੂ ਹੋਣਾ ਦਾ ਪਿੱਛੇ ਜਦੋਂ ਬਿਆਨ ਆਏ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਉਹਨਾਂ ਦੀ ਜ਼ਿੰਮੇਵਾਰੀ ਚੇਤੇ ਕਰਾਈ, ਹੋ ਗਿਆ। ਉਹਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਜਾਂ ਕਾਂਗਰਸ ਪਾਰਟੀ ਦੇ ਵਿਰੁੱਧ ਇੱਕ ਵੀ ਸ਼ਬਦ ਨਹੀਂ ਉਠਾਇਆ। ਕੱਲ ਜਿਹੜੇ ਸਟੇਟਮੈਂਟ ਆਈਆਂ ਨੇ, ਕੱਲ 2 ਟਵੀਟ ਆਏ ਨੇ, ਕੱਲ ਉਹਨਾਂ ਨੇ ਭਾਰਤੀ ਚੋਣ ਕਮਿਸ਼ਨ ਦੇ ਉੱਤੇ ਉਹਦੀ ਨਿਰਪੱਖ ਜਿਹੜੀ ਭੂਮਿਕਾ ਉਹਦੇ ਉੱਤੇ ਉਹਨਾਂ ਨੇ ਗੱਲ ਕੀਤੀ। ਜਿਹੜਾ ਅੱਜ ਟਵੀਟ ਜਿਹੜੇ ਆਏ ਨੇ ਅਸੀਂ ਚਲਾਏ ਨੇ, ਉਹ ਕਰੋਨਾ ਦੇ ਵਿੱਚ ਜਿਹੜੇ ਹਸਪਤਾਲਾਂ ਦੀ ਜਿਹੜੀ ਸਥਿਤੀ ਹੈ ਉਹਦੇ ਸੰਬੰਧੀ ਆਏ ਨੇ। ਤੇ ਦੱਸੋ ਕਿ ਜਿਹੜਾ ਬੰਦਾ ਲੋਕ ਮੁੱਦਿਆਂ ਦੀ ਗੱਲ ਕਰਦਾ, ਕੀ ਕੋਈ ਪਾਰਟੀ ਦੀ ਹਾਈਕਮਾਨ ਇਹੋ ਜਿਹੇ ਬੰਦੇ ਨੂੰ ਇਸ ਕਰਕੇ ਬਾਹਰ ਕੱਢ ਦੂਗੀ? ਔਰ ਮੰਨ ਲਓ ਕਿ ਤੁਸੀਂ ਕੀ ਕੱਢਦੀ ਹੈ, ਚਲੋ ਮੰਨ ਲਓ ਕਿ ਹਾਈਕਮਾਨ ਕੈਪਟਨ ਅਮਰਿੰਦਰ ਦਾ ਜਿਹੜਾ ਗਰੁੱਪ ਆ ਉਹ ਇੰਨਾ ਹਾਵੀ ਹੋ ਜਾਂਦਾ ਕਿ ਹਾਂ ਬਈ ਹਾਈਕਮਾਨ ਮਜਬੂਰ ਹੋ ਜਾਂਦੀ ਕੱਢਣ ਨੂੰ, ਤਾਂ ਫਿਰ ਤੁਸੀਂ ਇਹ ਦੱਸੋ ਕਿ ਕਾਂਗਰਸ, ਪੰਜਾਬ ਦੀ ਕਾਂਗਰਸ ਪਾਰਟੀ ਇੱਦਾਂ ਦੀ ਪਾਰਟੀ ਰਹੂਗੀ? ਜਿਹੜਾ ਅੱਜ ਵੀ ਪ੍ਰਗਟ ਸਿੰਘ ਵਰਗੇ ਬੰਦੇ ਜਿਹੜੇ ਚਿਹਰੇ ਨੇ, ਹਾਕੀ ਦੇ ਚਿਹਰੇ ਨੇ, ਚਰਨਜੀਤ ਸਿੰਘ ਚੰਨੀ ਆ, ਅਵਤਾਰ ਬਰਾੜ ਆ, ਹੋਰ ਕਈ ਬੰਦੇ ਨੇ, ਤਾਂ ਉਹਨਾਂ ਦੇ ਨਾਲ ਘੱਟ ਤੋਂ ਘੱਟ ਮੈਂ ਉਸ ਦਿਨ ਵੀ ਗੱਲ ਕੀ 35 ਤੋਂ 40 ਐਮਐਲਏ ਇਸ ਸਥਿਤੀ ਨੂੰ ਵੇਟ ਐਂਡ ਵਾਚ ਦੀ ਸਥਿਤੀ 'ਚ ਨਹੀਂ ਕਿ ਹਾਈਕਮਾਨ ਕੀ ਖਤਮ ਕਰਦੀ ਹੈ, ਕਿ ਜੇ ਉਹਨੂੰ ਕੱਢਦੇ ਨੇ ਤਾਂ ਕੀ ਕਾਂਗਰਸ ਦੋਫਾੜ ਨਹੀਂ ਹੋਵੇਗੀ? ਤੇ ਜੇ ਦੋਫਾੜ ਹੋ ਜਾਂਦੀ ਆ ਤਾਂ ਕੈਪਟਨ ਅਮਰਿੰਦਰ ਸਿੰਘ ਹੁਣੀ ਇੰਨੀ ਸਮਰੱਥਾ ਦੇ ਮਾਲਕ ਨਹੀਂ ਹਨ ਇਕੱਲੇ ਕਿ ਉਹ ਪੰਜਾਬ 'ਚ 2022 ਦੇ ਵਿੱਚ ਦੁਬਾਰਾ ਸਰਕਾਰ ਬਣਾ ਸਕਣ ਇਸ ਗਰੁੱਪ ਨੂੰ ਛੱਡ ਕੇ। ਮੰਨ ਲਓ ਜੇ 70 ਐਮਐਲਏ ਨੇ ਪੰਜਾਬ ਦੀ ਵਿਚਾਰ 'ਚ ਕਾਂਗਰਸ ਦੇ, 70 ਜਬ ਉਹਨਾਂ ਵਿੱਚੋਂ 30 ਜਾਂ 35 ਟੁੱਟ ਕੇ ਦੂਜੇ ਪਾਸੇ ਚਲੇ ਜਾਂਦੇ ਆ, ਤਾਂ ਇਕੱਲਾ ਬੰਦਾ ਕੀ ਕਰੇਗਾ? ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਆਪਣੇ ਦੰਦ ਜਿਹੜੇ ਉਹ ਤਿੱਖੇ ਕੀਤੇ ਨੇ, ਉਹ ਵੀ ਬੜੀ ਬਿਲਕੁਲ ਚੀਜ਼ ਨੂੰ ਦੇਖ ਰਹੇ ਨੇ। ਦੂਜੇ ਪਾਸੇ ਪ੍ਰੋਫੈਸਰ ਲੱਗ ਕੀ ਰਿਹਾ ਤੁਹਾਨੂੰ? ਕੀ ਲੱਗਦਾ ਜੇ ਮੈਂ ਤੁਹਾਡੀ ਸੂਝ-ਬੂਝ ਦੇ ਮੁਤਾਬਕ ਮੈਂ ਸਮਝਣ ਦੀ ਕੋਸ਼ਿਸ਼ ਕਰਾਂ ਜਾਂ ਆਪਣੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ, ਤਾਂ ਫਿਰ ਲੱਗ ਕੀ ਰਿਹਾ ਕਿ ਹਾਈਕਮਾਨ ਦੋਨਾਂ ਨੂੰ ਤੋੜਨ ਦੇ ਵਿੱਚ ਕਾਮਯਾਬ ਹੋ ਜਾਏਗੀ? ਨਹੀਂ, ਹਾਈਕਮਾਨ ਦੀ ਜਿਹੜੀ ਕਾਮਯਾਬੀ ਆ, ਹਾਈਕਮਾਨ ਦੀ ਇਹੋ ਹੀ ਕਾਮਯਾਬੀ ਕਿ ਇਹ ਦੋਵੇਂ ਗਰੁੱਪ ਜਿਹੜੇ ਨਾ ਅਲੱਗ-ਅਲੱਗ ਰਹਿਣ।
ਜਿੱਥੋਂ ਤੱਕ ਮੈਨੂੰ ਲੱਗਦਾ ਉਹਨਾਂ ਨੇ ਕੈਪਟਨ ਨੂੰ ਵੀ ਆਪਣੇ ਕੋਲ ਰੱਖਣਾ, ਉਧਰ ਨਵਜੋਤ ਸਿੱਧੂ ਨੂੰ ਵੀ ਥਾਪੜਾ ਦੇ ਕੇ ਬਰਾਬਰ ਤੇ ਰੱਖਣਾ। ਦੇਖੋ ਉਹ ਕੈਪਟਨ ਅਮਰਿੰਦਰ ਸਿੰਘ ਹੁਣੀ ਜਿਹੜੇ ਨੇ ਹੁਣ ਉਮਰ ਦੇ ਉਸ ਵਹਾਅ ਤੇ ਦਾਖਲ ਨੇ ਜਿੱਥੇ ਇੱਕ ਲੀਡਰਸ਼ਿਪ, ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਇੱਕ ਨੇਤਾ ਦੀ ਲੋੜ ਹੈ। ਜੇਕਰ ਸ਼ਮਸ਼ੇਰ ਸਿੰਘ ਦੂਲੋ ਦੀ ਗੱਲ ਕਰਦੇ, ਪ੍ਰਤਾਪ ਸਿੰਘ ਬਾਜਵੇ ਦੀ ਗੱਲ ਕਰਦੇ, ਜਸਵੀਰ ਜਾਖੜ ਦੀ ਗੱਲ ਕਰਦੇ, ਜੇ ਇਹਨਾਂ ਦੇ ਵਿੱਚ ਇਹ ਤਿੰਨੇ ਲੀਡਰ ਉਸ ਮਕਾਮ ਦੇ ਨਹੀਂ ਹਨ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਕੱਲ ਨੂੰ ਇੱਕ ਨੇਤਾ ਬਣ ਕੇ ਉੱਭਰ ਸਕਣ। ਉਹ ਨੇਤਾ ਜਿਹੜਾ ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿੱਚ ਹੈਗਾ ਔਰ ਨੈਸ਼ਨਲ ਪੱਧਰ ਤੇ ਜਿਸ ਦੀ ਅਪਰੋਚ ਹੈਗੀ ਆ, ਉਹ ਕੇਵਲ ਔਰ ਕੇਵਲ ਨਵਜੋਤ ਸਿੱਧੂ ਆ। ਤਾਂ ਨਵਜੋਤ ਸਿੱਧੂ ਨੂੰ ਉਹ ਕਿਸੇ ਵੀ ਹੱਕ, ਕਿਸੇ ਵੀ ਸੂਰਤ ਦੇ ਵਿੱਚ ਗਵਾਉਣਾ ਨਹੀਂ ਚਾਹਣਗੇ ਤੇ ਨਾ ਹੀ ਗਵਾਉਣਗੇ। ਹਾਂ, ਇਸ ਤਰ੍ਹਾਂ ਹੋ ਸਕਦਾ ਆਉਂਦੇ ਦਿਨਾਂ 'ਚ ਜਦੋਂ ਰਿਪੋਰਟ ਪਹੁੰਚਦੀ ਆ, ਦੋਵਾਂ ਨੂੰ ਫਿਰ ਉੱਥੇ ਸੱਦਣਗੇ, ਦੋਵਾਂ ਨੂੰ ਫਿਰ ਕਹਿਣਗੇ ਵੀ ਕਾਕਾ ਤੁਸੀਂ ਵੀ ਠੀਕ ਬਣੋ, ਕੈਪਟਨ ਸਾਹਿਬ ਤੁਸੀਂ ਵੀ ਬਣੋ, ਤੇ ਜਦੋਂ ਤੁਹਾਡੀ ਗੱਲ ਹੋਏਗੀ ਠੀਕ ਹੋ ਜਾਏਗੀ। ਦੇਖੋ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ 'ਚ ਵੀ ਅਸੀਂ ਜੋ ਮਰਜ਼ੀ ਕਹਿ ਲਈਏ ਕਿ ਸਾਡੇ ਵਾਸਤੇ ਮਤਲਬ ਪੰਜਾਬ 'ਚ ਬੜਾ ਇੱਕ ਸ਼ਕਤੀਸ਼ਾਲੀ, ਪਰ ਹਾਈਕਮਾਨ ਦੇ ਫਿਰ ਵੀ ਹਾਈਕਮਾਨ ਉੱਥੇ ਹਾਈਕਮਾਨ ਦੇ ਹੁਕਮਾਂ ਦੇ ਉਹ ਉਲਟ ਨਹੀਂ ਜਾ ਸਕਦਾ। ਉਹ ਇਹੋ ਹੀ ਹੋਏਗਾ, ਅਖੀਰ ਤੇ ਸਮਝੌਤਾ ਪੈਚਅਪ ਹੋਏਗਾ। ਇਹ ਮਤ ਸੋਚੋ ਕਿ ਇਹਨਾਂ ਦੀ ਰਿਪੋਰਟ ਜਾਊਗੀ ਤਾਂ ਨਵਜੋਤ ਸਿੱਧੂ ਨੂੰ ਬਾਹਰ ਦਾ ਰਸਤਾ ਕਰਾ ਦਿੱਤਾ ਬਾਹਰ ਦਾ ਰਸਤਾ ਦਰਕਨਾਰ ਕਰ ਦਿੱਤਾ ਜਾਵੇਗਾ। ਹਾਂ, ਗੱਲ ਤਾਂ ਇੰਨੀ ਆ ਕਿ ਹਲੇ ਤੱਕ ਕੋਈ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਅੜਿਆ ਨਹੀਂ। ਏਦਾਂ ਆਪਾਂ ਨੂੰ ਤਾਂ ਲੱਗ ਰਿਹਾ ਕਿ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਆ। ਜਦੋਂ ਰਜਿੰਦਰ ਕੌਰ ਭੱਠਲ ਅੜ ਗਈ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਪ ਮੁੱਖ ਮੰਤਰੀ ਬਣਾਉਣਾ ਪਿਆ ਸੀ। ਉਹ ਤੇ ਗੱਲ ਵੱਖਰੀ ਆ ਕਿ ਇਸ ਵਾਰ ਉਹ ਚੋਣ ਹਾਰ ਗਏ, ਨਹੀਂ ਤੇ ਫਿਰ ਉਹਨਾਂ ਨੇ ਜਿਹੜਾ ਭੜਥੂ ਐਤਕੀ ਵੀ ਪਾਉਣਾ ਸੀ। ਪਰ ਇਹ ਤਾਂ ਫਿਰ ਵੀ ਨਵਜੋਤ ਸਿੰਘ ਸਿੱਧੂ ਹੈ। ਨਹੀਂ, ਮੈਂ ਤੁਹਾਨੂੰ ਉਹ ਗੱਲ ਕਹਿ ਰਿਹਾ ਨਾ, ਕਿਉਂਕਿ ਇਹ ਇੱਕ ਆਪਾਂ ਅਸੀਂ ਹਾਈਪੋਥੀਸਿਸ ਤਿਆਰ ਕਰ ਲੈਂਦੇ ਕਿ ਹਾਂ ਵੀ ਉਹ ਬਹੁਤ ਸ਼ਕਤੀਸ਼ਾਲੀ, ਉਹਦੇ ਸਾਹਮਣੇ ਕੋਈ ਬੋਲਣ ਵਾਲਾ ਤਿਆਰ ਨਹੀਂ। ਦੇਖੋ ਪ੍ਰਗਟ ਸਿੰਘ ਇੱਕ ਐਮਐਲਏ ਅਕਾਲੀ ਦਲ ਚੋਂ ਆਇਆ, ਅਕਾਲੀ ਦਲ ਤੋਂ ਆਣ ਕੇ ਕਾਂਗਰਸ ਪਾਰਟੀ ਉਹਨੂੰ ਠੋਕ ਠੋਕ ਕੇ ਉਹਨੇ ਗੱਲਾਂ ਕੀਤੀਆਂ। ਔਰ ਈਵਨ ਕਿ ਉਹ ਜਦੋਂ ਨਿਊਜ਼ ਚੈਨਲ ਤੇ ਇੰਟਰਵਿਊ ਦਿੰਦਾ ਉਦੋਂ ਵੀ ਉਹ ਡਰਦਾ ਨਹੀਂ। ਉਹਦਾ ਮੈਨੂੰ ਬੜਾ ਵਧੀਆ ਜਵਾਬ ਲੱਗਾ। ਉਹ ਕਹਿੰਦਾ ਜੀ ਮੰਨ ਲਓ ਕੱਲ ਨੂੰ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਟਿਕਟ ਨਹੀਂ ਦਿੰਦਾ, ਤੇ ਕਹਿੰਦਾ ਨਾ ਦਾ ਫਿਰ ਕਿਹੜੀ ਗੱਲ ਆ। ਹੁਣ ਇੰਨੀ ਗੱਲ ਕਹਿ ਦੇਣੀ ਆਪਣੇ ਆਪ 'ਚ ਬੜੇ ਮਹਿਣੇ ਰਖਾਉਂਦੀ ਆ। ਔਰ ਦੇਖੋ ਇਹ ਇਕੱਲਾ ਪ੍ਰਗਟ ਸਿੰਘ ਨਹੀਂ ਆ, ਨਵਜੋਤ ਸਿੱਧੂ ਨਹੀਂ ਆ, ਹੋਰ ਬੜੇ ਬੰਦੇ ਨੇ ਜਿਹੜੇ ਇਸ ਕਾਰਵਾਂ ਦੇ ਵਿੱਚ ਰਲੇ ਨੇ, ਇਹ 'ਚ ਰਲ ਰਹੇ ਨੇ। ਔਰ ਕੇਵਲ ਸਿਰਫ ਔਰ ਸਿਰਫ ਉਸ ਸਮੇਂ ਦੀ ਉਹ ਇੰਤਜ਼ਾਰ ਵਿੱਚ ਨੇ ਕਿ ਕਦੋਂ ਸਮਾਂ ਆਵੇ ਤੇ ਆਪਾਂ ਕਲੀਅਰ ਕੱਟ ਆਈਏ। ਮੈਂ ਇੱਕ ਸਾਫ਼ ਸ਼ਬਦਾਂ 'ਚ ਕਹਿਦਾ ਕਲੀਅਰ ਕੱਟ। ਕਈ ਵਾਰੀ ਆਪਾਂ ਜਨਰਲ ਡਿਸਕਸ਼ਨ 'ਚ ਸ਼ਾਇਦ ਗੱਲਾਂ ਨਹੀਂ ਕਰਦੇ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜੀ ਸਥਿਤੀ ਹੈ ਅੱਜ, ਉਹ ਪਹਿਲਾਂ ਵਰਗੀ ਬਿਲਕੁਲ ਨਹੀਂ ਹੈ। ਅੰਦਰੋਂ ਅੰਦਰ ਹੀ ਉਹ ਪੂਰਨ ਤੌਰ ਤੇ ਕਮਜ਼ੋਰ ਹੋ ਚੁੱਕੇ ਨੇ। ਵੇਖੋ ਪਿਛਲੇ 4.5 ਸਾਲਾਂ ਦੇ ਵਿੱਚ ਉਹਨਾਂ ਨੇ ਕਦੇ ਵੀ ਵਿਧਾਇਕਾਂ ਨੂੰ ਇਸ ਤਰੀਕੇ ਦੀਆਂ ਮੀਟਿੰਗਾਂ ਜਿਹੜੀਆਂ ਪਿਛਲੇ ਦੌਰ 'ਚ ਨਹੀਂ ਕੀਤੀਆਂ। ਔਰ ਕੋਈ ਵੀ ਵਿਧਾਇਕ ਉਹਦੇ ਸਾਹਮਣੇ ਬੋਲਣ ਦੀ ਜ਼ਰੂਰਤ ਨਹੀਂ ਕਰਦਾ ਰਿਹਾ। ਜੇਕਰ ਬੋਲਣ ਦੀ ਜ਼ਰੂਰਤ ਕਰਦੇ ਰਹੇ ਨੇ ਤੇ ਜੇਕਰ ਅੱਜ ਉਹ ਸਥਿਤੀਆਂ ਦੇ ਵਿੱਚ ਨਵਜੋਤ ਸਿੱਧੂ ਉਹਨਾਂ ਨੂੰ ਇੱਕ ਜ਼ਬਾਨ, ਇੱਕ ਲੀਡਰ ਮਿਲਿਆ ਤੇ ਜਿਹਦੀ ਬਦੌਲਤ ਉਹ ਜਾ ਕੇ ਕੈਪਟਨ ਅਮਰਿੰਦਰ ਨੂੰ ਸਵਾਲ ਕਰ ਰਹੇ ਆ। ਔਰ ਦੂਜੇ ਪਾਸੇ ਅੱਜ ਦੀ ਜਿਹੜੀ ਘਟਨਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਕਿ ਜਿਹੜੇ ਉਹ 10 ਜਾਂ 11 ਜਿਹੜੇ MP ਸੀ ਉਹਨਾਂ ਦਾ ਲੰਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਰਕੇ ਰੱਦ ਕਰਨਾ ਪਿਆ ਕਿਉਂਕਿ ਉਹਨਾਂ ਦਾ ਜਵਾਬ ਦੇਣ ਵਾਸਤੇ ਕੋਈ ਤਸੱਲੀ ਬਖਸ਼ ਜਵਾਬ ਦੇ ਦਿੱਤੀ। ਤਾਂ ਇਸ ਦਾ ਅਰਥ ਇਹ ਨਿਕਲਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਥਿਤੀ ਹੈ ਉਹ ਵੇਖਣ ਨੂੰ ਸ਼ਾਇਦ ਲੋਕਾਂ ਨੂੰ, ਸਾਡੇ ਵਰਗੇ ਲੋਕਾਂ ਨੂੰ, ਆਮ ਲੋਕਾਂ ਨੂੰ ਇਹ ਲੱਗਦੀ ਹੋਵੇ ਕਿ ਬਹੁਤ ਪਾਵਰਫੁਲ ਹੈ, ਮੁੱਖ ਮੰਤਰੀ ਜਾਂ ਹਾਈਕਮਾਨ ਕਦੇ ਵੀ ਇਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕਦੀ। ਨਹੀਂ, ਹੁਣ ਅੱਜ ਦੀ ਸਥਿਤੀ, ਅੱਜ ਦੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਥਿਤੀ ਜਿਹੜੀ ਹੈ ਉਹ ਕਮਜ਼ੋਰ ਹੋਈ ਹੈ। ਨਵਜੋਤ ਸਿੱਧੂ ਇਸ ਲੜਾਈ 'ਚੋਂ ਇੱਕ ਹੀਰੋ ਬਣ ਕੇ ਉੱਭਰਿਆ। ਲੋਕ ਉਸ ਦੀ ਗੱਲ ਸੁਣਦੇ ਆ, ਲੋਕ ਉਸ ਦੀਆਂ ਖਬਰਾਂ ਪੜ੍ਹਦੇ ਆ। ਅਗਰ ਤੁਸੀਂ ਅੱਜ ਅਖਬਾਰਾਂ 'ਚ ਦੇਖੋ ਤੇ ਜਦ ਨਵਜੋਤ ਸਿੱਧੂ ਦੀ ਜੇਕਰ ਇੰਨੀ ਕੁ ਵੀ ਡੱਬੀ 'ਚ ਖਬਰ ਲੱਗੀ ਆ ਤਾਂ ਲੋਕ ਉਸ ਨੂੰ ਜ਼ਰੂਰ ਵੇਖਦੇ ਆ। ਸੋਸ਼ਲ ਮੀਡੀਆ 'ਤੇ ਅਗਰ ਉਸ ਦਾ ਟਵੀਟ ਆਉਂਦਾ ਤਾਂ ਲੋਕ ਜ਼ਰੂਰ ਵੇਖਦੇ ਆ ਕਿ ਹਾਂ ਇਸਨੇ ਨਵੀਂ ਗੱਲ ਕੀ ਕੀਤੀ। ਇਹੋ ਹੀ ਕਿਸੇ ਨੇਤਾ ਦੀ ਕਾਮਯਾਬੀ ਹੁੰਦੀ ਆ ਕਿ ਜਦੋਂ ਲੋਕ ਆਵਾਜ਼ ਉਹਦੇ ਮਗਰ ਚੱਲਣ ਲੱਗੇ ਤੇ ਉਹ ਲੋਕਾਂ ਦੇ ਮਨਾਂ 'ਚ ਵਸਿਆ ਹੋਵੇ। ਲੋਕ ਵੱਖ-ਵੱਖ ਪਾਰਟੀਆਂ ਦੇ ਲੀਡਰ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਉਹ BJP ਹੋਵੇ, ਚਾਹੇ ਉਹ ਖਹਿਰਾ ਗਰੁੱਪ ਹੋਵੇ, ਚਾਹੇ ਉਹ ਢੀਂਡਸਾ ਗਰੁੱਪ ਹੋਵੇ, ਬੈਂਸ ਬ੍ਰਦਰ ਹੋਣ, ਜਾਂ ਹੋਰ ਵੀ ਆਪਾਂ ਜਿਹੜੇ ਬਹੁਤ ਸਾਰੇ ਗਰੁੱਪਾਂ ਦੀ ਗੱਲ ਕਰ ਲਈਏ, ਢੀਂਡਸੇ ਹੋਣੀ ਹੋਣ ਜਾਂ ਜਿਹੜੇ ਦੂਜੇ ਆਪਣੇ ਬ੍ਰਹਮਪੁਰੇ ਹੋਣੀ ਹੈ, ਸਾਰੇ ਜਿਹੜੇ ਹੈਗੇ ਆ ਇਹ ਆਵਾਜ਼ਾਂ ਮਾਰ ਰਹੇ ਉਹਨਾਂ ਨੂੰ ਕਿ ਆਓ ਆਪਾਂ ਇਕੱਠੇ ਹੋ ਕੇ ਚੱਲੀਏ, ਸਾਡੀ ਅਗਵਾਈ ਕਰੋ। ਫਿਰ ਇਹੋ ਕਾਰਨ ਹੈ ਨਾ ਕਿ ਉਸ ਬੰਦੇ ਨੇ ਆਪਣੀ ਇੱਕ ਦਿੱਖ, ਆਪਣੀ ਇੱਕ ਅਜਿਹੀ ਪਹਿਚਾਣ ਬਣਾਈ ਆ ਕਿ ਜਿਹਦੇ ਵਾਸਤੇ ਸਾਰੀਆਂ ਰਾਜਨੀਤਿਕ ਪਾਰਟੀਆਂ, ਸਾਰੇ ਜਿਹੜੇ ਰਾਜਨੀਤਿਕ ਲੋਕ ਨੇ ਆਪਣੇ ਦਰਵਾਜ਼ੇ ਖੋਲੇ ਨੇ। ਔਰ ਇਸ ਗੱਲ ਕੇਵਲ ਅਸੀਂ ਨਹੀਂ ਕਰ ਰਹੇ, ਕਾਂਗਰਸ ਜਿਹੜੀ ਹਾਈ ਕਮਾਨ ਆ ਜਾਂ ਕਾਂਗਰਸੀ ਸਭਾ ਨੇ ਉਹਨਾਂ ਦੇ ਵਿੱਚ ਵੀ ਇਹ ਗੱਲ ਹੁੰਦੀ ਹੈ ਕਿ ਜੇਕਰ
ਅਮਰਿੰਦਰ ਸਿੰਘ ਸੌਰੀ ਜੇਕਰ ਨਵਜੋਤ ਸਿੱਧੂ ਦੂਜੀ ਪਾਰਟੀ ਨਾਲ ਜੁੜਦਾ ਤਾਂ ਉਹਦਾ ਨੁਕਸਾਨ ਸਾਨੂੰ ਝੱਲਣਾ ਪੈਣਾ। ਤਾਂ ਫਿਰ ਕਈ ਵਾਰੀ ਅਜਿਹੀਆਂ ਸਥਿਤੀਆਂ ਦੇ ਵਿੱਚ ਕਹਿੰਦੇ ਨਾ ਕੌੜਾ ਅੱਕ ਚੱਬਣਾ, ਕੌੜਾ ਅੱਕ ਚੱਬਣ ਦੀ ਸਥਿਤੀ ਦੇ ਵਿੱਚ ਵੀ ਹਾਈਕਮਾਨ ਹੋ ਸਕਦੀ ਹੈ, ਕੈਪਟਨ ਅਮਰਿੰਦਰ ਸਿੰਘ ਹੋ ਸਕਦਾ। ਵੇਖੋ ਅਮਰਿੰਦਰ ਸਿੰਘ ਹੋਣਾ ਦੀ ਇਹ ਮਜਬੂਰੀ ਹੋ ਸਕਦੀ ਕਿਉਂਕਿ ਇੱਕ ਦਿੱਖ ਇਸ ਤਰ੍ਹਾਂ ਦੀ ਆ, ਇੱਕ ਰਾਜਸੀ ਪਰਿਵਾਰ ਦੇ ਵਿੱਚੋਂ ਸੰਬੰਧਿਤ ਆਇਆ ਕਿ ਜਿਨ੍ਹਾਂ ਨੇ ਕਦੀ ਝੁਕਣਾ ਨਹੀਂ ਸਿੱਖਿਆ, ਕਿ ਜਿਨ੍ਹਾਂ ਨੇ ਆਪਣੀ ਗੱਲ ਮਨਾਉਣੀ ਹੀ ਮਨਾਉਣੀ ਆ। ਤੁਹਾਨੂੰ ਯਾਦ ਹੋਏਗਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਅੱਜ ਤੋਂ ਕੋਈ 10 ਸਾਲ ਪਹਿਲਾਂ ਪ੍ਰਿੰਸ ਚਾਰਲਸ ਪੰਜਾਬ ਫੇਰੀ ਸੀ ਉਹਦੀ, ਪ੍ਰਿੰਸ ਚਾਰਲਸ ਦੀ। ਤਾਂ ਉਹ ਹਾਲਾਂਕਿ ਉਹ ਸਟੇਟ ਗੈਸਟ ਸੀ, ਪ੍ਰਿੰਸ ਚਾਰਲਸ ਦੀ ਸਟੇਟ ਗੈਸਟ ਪੰਜਾਬ ਦੀ ਫੇਰੀ ਸੀ, ਪਰ ਉਹ ਠਹਿਰਿਆ ਮੋਤੀ ਮਹਿਲ 'ਚ ਹੀ। ਕਹਿਣ ਦਾ ਅਰਥ ਕਿ ਰਾਜਿਆਂ ਨੇ ਰਾਜਿਆਂ ਵੱਲ ਰਹਿਣਾ ਹੁੰਦਾ, ਰਾਜਿਆਂ ਨੇ ਰਾਜਿਆਂ ਵੱਲ ਰਹਿਣਾ ਹੁੰਦਾ, ਲੋਕਾਂ ਵੱਲ ਨਹੀਂ ਰਹਿਣਾ। ਪ੍ਰਿੰਸ ਚਾਰਲਸ ਆਇਆ ਪੰਜਾਬ ਦਾ ਸਟੇਟ ਗੈਸਟ, ਚੀਫ ਪੰਜਾਬ ਦਾ ਟੋਟਲ ਸੀ ਸਰਕਾਰ ਨੇ ਕਰਨਾ, ਪਰ ਉਹ ਪੰਜਾਬ ਦੀ ਸਰਕਾਰ ਦੇ ਕਿਸੇ ਵੀ ਉਹਨੇ ਜਿਹੜੀ ਪ੍ਰਾਹੁਣਾਚਾਰੀ ਸਰਕਾਰ ਨਹੀਂ ਸੀ ਕੀਤੀ, ਰਿਹਾ ਸੀ ਉਹ ਮੋਤੀ ਮਹਿਲ ਦੇ ਵਿੱਚ ਕੈਪਟਨ ਅਮਰਿੰਦਰ, ਉਦੋਂ ਹਾਲਾਂਕਿ ਸੀਐਮ ਨਹੀਂ ਸੀ। ਕਹਿਣ ਦਾ ਅਰਥ ਹੈ ਕਿ ਇਹ ਰਾਜਸੀ ਦਿੱਖ, ਜਿਹੜਾ ਰਾਜਸੀ ਲਹੂ ਹੈ, ਇਹ ਕਦੇ ਵੀ ਇਸ ਚੀਜ਼ ਨੂੰ ਸਵੀਕਾਰ ਨਹੀਂ ਕਰਦਾ ਕਿ ਕੋਈ ਸਾਡੇ ਸਾਹਮਣੇ ਇਹ ਕੋਈ ਆਵਾਜ਼ ਉਠਾਏ। ਹੁਣ ਅੰਕਿਤ ਸਾਹਿਬ ਕੀ ਲੱਗਦਾ ਹੈ ਕਿ ਆਖਰ ਦੇ ਵਿੱਚ ਆਪਾਂ ਜੇਕਰ ਗੱਲ ਕਰੀਏ, ਬੜੇ ਥੋੜੇ ਸਮੇਂ 'ਚ ਆਪਾਂ ਜੇਕਰ ਗੱਲ ਨਵੇੜੀਏ, ਤਾਂ ਕੀ ਲੱਗਦਾ ਹੈ ਕਿ ਬੇਸ਼ੱਕ ਰਿਪੋਰਟ ਜਿਹੜੀ ਹੈ ਉਹ ਬਣ ਕੇ ਚਲੀ ਜਾਵੇ ਸਿੱਧੂ ਦੇ ਖਿਲਾਫ, ਬੇਸ਼ੱਕ ਸਾਰਾ ਜ਼ੋਰ ਲਾ ਕੇ ਪੰਜਾਬ ਦੀ ਕਾਂਗਰਸ ਸਿੱਧੂ ਦੇ ਖਿਲਾਫ ਰਿਪੋਰਟ ਬਣਾ ਕੇ ਭੇਜ ਦੇਵੇ, ਤਾਂ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਿੱਧੂ ਦੇ ਉੱਪਰ ਹਾਈ ਕਮਾਨ ਲਈ ਕਾਰਵਾਈ ਕਰਨਾ ਮੁਸ਼ਕਿਲ ਹੈ? ਬਹੁਤ ਔਖਾ, ਬਹੁਤ ਔਖਾ। ਪਹਿਲੀ ਗੱਲ ਕਿ ਰਿਪੋਰਟ ਅਜੇ ਤਿਆਰ ਹੋਣੀ ਆ, ਰਿਪੋਰਟ ਜਾਣੀ ਜੇ ਚਲੇ ਵੀ ਜਾਂਦੀ ਹੈ ਉਹ ਠੰਡੇ ਬਸਤੇ 'ਚ ਪਾਈ ਜਾਏਗੀ। ਸਿੱਧੂ ਦੇ ਖਿਲਾਫ ਕੋਈ ਵੀ ਹਾਈ ਕਮਾਨ ਕਾਰਵਾਈ ਕਰਨ ਤੋਂ ਪਹਿਲਾਂ ਉਸਨੂੰ 100 ਵਾਰ ਸੋਚਣਾ ਪਵੇਗਾ, ਏਡੀ ਜਲਦੀ। ਤੇ ਦੂਸਰੇ ਪਾਸੇ ਗੱਲ ਇਹ ਕਿ ਸਮਾਂ ਬਹੁਤ ਥੋੜਾ ਹੈ। ਜੇਕਰ ਤਫਰਟ ਮੰਨ ਲਓ ਕਿ 100 ਦੇ ਵਿੱਚੋਂ ਮੰਨਣ 'ਚ ਕੀ ਹੋਰ ਜਿਹੜੀ ਮੰਨ ਲਓ ਕਿ ਰਿਪੋਰਟ ਜਾਂਦੀ ਆ ਤੇ ਅਗਲੇ ਦਿਨ ਹੀ ਹਾਈਕਮਾਨ ਫੈਸਲਾ ਕਰਕੇ ਨਵਜੋਤ ਸਿੱਧੂ ਨੂੰ ਬਾਹਰ ਦਾ ਰਸਤਾ ਵਿਖਾ ਦਿੰਦੀ ਹੈ, ਤਾਂ ਫਿਰ ਇਹ ਜਿਹੜੀ ਕਾਰਵਾਈ ਹੋਵੇਗੀ ਕਾਂਗਰਸ ਪਾਰਟੀ ਦੇ ਕਫਨ 'ਚ ਕਿੱਲ ਹੋਵੇਗਾ, ਕਿਉਂਕਿ ਉਹਦੇ ਬਾਹਰ ਉਹਨੂੰ ਕੱਢਣ ਦੀ ਦੇਰ ਆ ਕਿ 36 ਪਾਰਟੀਆਂ ਉਹਦੇ ਵਾਸਤੇ ਆਪਣਾ ਦਰਵਾਜ਼ਾ ਖੋਲੀ ਬੈਠੀਆਂ ਨੇ। ਇੱਕ ਗੱਲ ਹੋਰ ਆਪਾਂ ਥੋੜੀ ਜਿਹੀ ਚੱਲਦਿਆਂ ਕਰਦੀ। ਆਮ ਤੌਰ ਤੇ ਇੱਕ ਨਾ ਬੜੀ ਚਰਚਾ ਦਾ ਵਿਸ਼ਾ ਬਣਿਆ ਜੀ, ਉਹ ਕਿਸੇ ਪਾਰਟੀ ਵੱਲ ਵੀ ਨਹੀਂ ਜਾਏਗਾ, ਉਹ ਕਿਸੇ ਪਾਰਟੀ ਵੱਲ ਵੀ ਨਹੀਂ ਜਾਏਗਾ। ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਜਿਸ ਤੋਂ ਬਾਅਦ ਉਹ ਖੇਤਰੀ ਪਾਰਟੀ ਬਣਾਉਣ ਵੱਲੋਂ ਸੋਚ ਰਿਹਾ, ਇਸ ਤਰ੍ਹਾਂ ਉਹ ਆਪਣੀ ਪਾਰਟੀ ਬਣਾਏਗਾ ਜਿਹਦੇ ਵਿੱਚ ਧਰਮਵੀਰ ਗਾਂਧੀ ਜਾਂ ਇਹੋ ਜਿਹੇ ਬੈਂਸ ਭਰਾ ਉਹ ਹੋਣਗੇ। ਨੋ, ਨਹੀਂ। ਨਵਜੋਤ ਸਿੱਧੂ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਸਮਾਂ ਹੁਣ ਚੱਲ ਰਿਹਾ, ਉਹ ਇਹੋ ਜਿਹੀ ਕਦਮ ਚੁੱਕਣ ਵੱਲੋਂ ਕਦੇ ਸੋਚ ਵੀ ਨਹੀਂ ਸਕਦਾ, ਕਿਉਂਕਿ ਕਿਸੇ ਪਾਰਟੀ ਨੂੰ ਤਿਆਰ ਕਰਨਾ, ਫਿਰ ਉਹਦਾ ਕੇਡਰ ਸਥਾਪਿਤ ਕਰਨਾ, ਉਹਦੇ ਵਾਸਤੇ ਇੱਕ ਲੰਮਾ ਸਮਾਂ ਚਾਹੀਦਾ। ਔਰ ਹੁਣ ਸਮਾਂ ਜਿਹੜਾ ਉਹ ਕੇਵਲ ਵੋਟਾਂ ਦੇ ਵਿੱਚ ਕੇਵਲ 6 ਮਹੀਨੇ ਦਾ ਸਮਾਂ ਰਹਿ ਗਿਆ। ਔਰ ਦੂਜੇ ਪਾਸੇ ਸਿੱਧੂ ਸਾਹਿਬ, ਤੁਹਾਨੂੰ ਮੈਂ ਇੱਕ ਗੱਲ ਹੋਰ ਆਪਾਂ ਜਾਂਦੇ ਸੰਖੇਪ 'ਚ ਗੱਲ ਕਰਦੀ ਹੈ ਕਿ ਜਿਨ੍ਹਾਂ ਬੰਦਿਆਂ ਨੇ, ਕਿਉਂਕਿ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਨੂੰ ਬੜੀ ਬਰੀਕੀ ਨਾਲ ਸਮਝਦਾ, ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਵੀ MLA ਪੰਜਾਬ 'ਚ ਜੰਮੇ ਨੇ। ਪੰਜਾਬ ਦੇ ਵਿੱਚ ਗੁਰਚਰਨ ਸਿੰਘ ਟੌਹੜੇ ਦੀ ਤੂਤੀ ਬੋਲਦੀ ਸੀ। ਮੈਂ ਉਹ ਦੌਰ ਵੇਖਿਆ ਕਿ ਪ੍ਰਕਾਸ਼ ਸਿੰਘ ਬਾਦਲ ਵੀ ਗੁਰਚਰਨ ਸਿੰਘ ਟੌਹੜੇ ਨਾਲ ਗੱਲ ਕਰਨ ਲੱਗਿਆ ਬੜੀ 100 ਵਾਰੀ ਸੋਚ ਕੇ ਸਮਝ ਕਰਦਾ ਸੀ। ਪੰਜਾਬ 'ਚ ਪੈਰਲਲ ਸਰਕਾਰ ਚੱਲਦੀ ਰਹੀ ਆ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ, ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਦੋ ਚਿਹਰੇ ਹੁੰਦੇ ਸੀ। ਤੇ ਜਦੋਂ ਗੁਰਚਰਨ ਸਿੰਘ ਟੌਹੜਾ ਹੋਣਾ ਨੇ ਟੁੱਟ ਕੇ ਸ਼੍ਰੋਮਣੀ ਅਕਾਲੀ ਦਲ, ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ, ਤਾਂ ਉਹ ਗੁਰਚਰਨ ਸਿੰਘ ਟੌਹੜੇ ਦੀ ਜਿਹੜੀ ਦਿੱਖ ਸੀ ਉਹ ਖਤਮ ਹੋ ਗਈ ਸੀ, ਉਹ ਸ਼ਖਸੀਅਤ ਜਿਹੜੀ ਟੁੱਟ ਗਈ ਸੀ, ਖਤਮ ਹੋ ਗਈ ਸੀ। ਕਿਉਂਕਿ ਪਾਰਟੀ ਤੋਂ ਬਾਹਰ ਟੁੱਟ ਕੇ ਜਾਣਾ ਉਹ ਬੜਾ ਔਖਾ ਹੁੰਦਾ। ਬੇਸ਼ੱਕ ਗੁਰਚਰਨ ਸਿੰਘ ਟੌਹੜੇ ਹੋਣਾ ਦੇ ਬਾਹਰ ਜਾਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿੱਤ ਨਹੀਂ ਸਕਿਆ, ਇਹ ਗੱਲ ਪੱਕੀ ਆ, ਪਰ ਹੋਂਦ ਜਿਹੜੀ ਸੀ ਗੁਰਚਰਨ ਸਿੰਘ ਟੌਹੜਾ ਹੋਣਾ ਦੀ ਵੀ ਖਤਮ ਹੋ ਗਈ ਸੀ। ਉਹ ਬੰਦਾ ਜਿਹੜਾ 17 ਵਾਰ SGPC ਦਾ ਪ੍ਰੈਜ਼ੀਡੈਂਟ ਰਿਹਾ ਹੋਵੇ, ਔਰ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਨਿਵਾਸ ਆ ਉੱਥੇ ਟੌਹੜਾ ਸਾਹਿਬ ਦੀ ਗੱਡੀ ਸਿੱਧੀ ਜਾਂਦੀ ਸੀ, ਪਰ ਅਖੀਰ ਤੇ ਮਜਬੂਰੀ ਦੇ ਹਾਲ ਦੇ ਵਿੱਚ ਜਿਹੜਾ ਇੱਕ ਟੁੱਟਾ ਜਿਹਾ ਪਰ ਕਿਤੇ ਨਾ ਕਿਤੇ ਟੌਹੜਾ ਸਾਹਿਬ ਦਾ ਜਿਹੜਾ ਹੈਗਾ ਕੱਦ ਆਪਦੀ ਪਾਰਟੀ 'ਚ ਵੱਡਾ ਸੀ, ਪਰ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦਾ ਕੱਦ ਲੋਕਾਂ ਦੇ ਵਿੱਚ ਵੱਡਾ ਹੈ। ਇਹ ਗੱਲ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਐਗਰੀ ਹਾਂ ਕਿ ਇੱਕ ਪਾਰਟੀ ਨੂੰ ਸਥਾਪਿਤ ਕਰਨ ਦੇ ਲਈ ਇੱਕ ਲੰਬਾ ਸਮਾਂ ਚਾਹੀਦਾ, ਪਰ ਟੌਹੜਾ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਅੱਜ ਕੱਲ੍ਹ ਫਰਕ ਬੜਾ ਹੈ, ਤੇ ਉਸ ਸਮੇਂ ਦੀ ਸਥਿਤੀ ਦੇ ਵਿੱਚ ਅੱਜ ਕੱਲ੍ਹ ਦੀ ਸਥਿਤੀ ਦੇ ਵਿੱਚ ਫਰਕ ਪਤਾ ਨਹੀਂ। ਮੈਂ ਵੇਖੋ, ਮੈਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਰਿਹਾ, ਇਹ ਕੇਵਲ ਉਦਾਹਰਨ ਮੈਂ ਸਿਰਫ ਇਸ ਕਰਕੇ ਦਿੱਤੀ ਸੀ। ਬਿਲਕੁਲ
ਮੈਂ ਉਦਾਹਰਨ ਇਸ ਕਰਕੇ ਦਿੱਤੀ ਸੀ ਕਿ ਪਾਰਟੀਆਂ ਜਦੋਂ ਆਪਾਂ ਨਵੀਆਂ ਗਠਿਤ ਕਰੀਆਂ ਨਾ ਤਾਂ ਬੜੇ ਬੜਿਆਂ ਲੋਕਾਂ ਦਾ ਜਿਹੜਾ ਜਿਹੜੀਆਂ ਸਥਿਤੀਆਂ ਸਾਹਿਬ ਤੁਸੀਂ ਚਲੋ ਟੌਹਰ ਸਾਹਿਬ ਤੇ ਬੜੇ ਸਵਰਗਾਂ 'ਚ ਉਦੋਂ ਵਾਸਾ ਹੋਵੇ, ਬੜੇ ਸੀਨੀਅਰ ਨੇਤਾ ਨੇ, ਉਹਨਾਂ ਦੇ ਸੰਬੰਧੀ ਗੱਲ ਕਰਨੀ ਵੀ ਬੜੀ ਹੋਰ ਤਰ੍ਹਾਂ ਦੀ ਅੱਜ ਦੇ ਸਮੇਂ 'ਚ। ਈਵਨ ਕਿ ਥੋੜ੍ਹੇ ਜਿਹੇ ਸਮੇਂ 'ਚ ਪਹਿਲਾਂ ਮਨਪ੍ਰੀਤ ਬਾਦਲ ਨੇ ਪਾਰਟੀ ਬਣਾਈ ਸੀ PPP, ਕੀ ਹਾਲਾਤ ਹੋਈ, ਹਾਲਾਂਕਿ ਅਕਾਲੀ ਦਲ 'ਚ ਉੱਠ ਕੇ ਗਿਆ। ਮੇਰਾ ਕਹਿਣ ਦਾ ਸਿਰਫ ਅਰਥ ਇਹ ਸੀ, ਉਦਾਹਰਨ ਮੈਂ ਤਾਂ ਰਿਹਾ ਕਿ ਕਿਉਂਕਿ ਸਮਾਂ ਬਹੁਤ ਥੋੜਾ ਹੈ ਔਰ ਸਮਾਂ ਥੋੜਾ ਹੈ, ਪਾਰਟੀ ਨੂੰ ਸਾਬਿਤ ਕਰਨਾ ਇੰਨੇ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਔਖਾ, ਪਿੰਡ ਪੱਧਰ ਤੋਂ ਜਿਹੜਾ ਕੇਡਰ ਸਟਾਰਟ ਕਰਨਾ ਪੈਂਦਾ। ਜੀ 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 ਬਿਲਕੁਲ। ਤਾਰਕੀ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ ਇਸੇ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਤਾਂ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਪਰ ਸਾਡੇ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਹੈ, ਵਿਚਾਰ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਹੋਰਾਂ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਤੇ ਅਹਿਮ ਇਸ਼ੂਆਂ ਦੇ ਨਾਲ। ਤਦ ਤੱਕ ਦੀ ਇਜਾਜ਼ਤ। ਧੰਨਵਾਦ।